ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖ ਸਤਿਗੁਰੂ ਨਾ ਸੇਵਿਓ, ਜਿਨੀ ਪੁਰਖੀ ਸਤਿਗੁਰੂ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਘਰ ਹੋਂਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ। ਸਤਿਗੁਰੂ ਕਿਆ ਫਿਟਕਿਆ, ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨ ਹਾਰ। ਮੇਰੇ ਮਨ ਮਨ ਮੇਰੇ ਸਦਾ ਹਰ ਵੇਖ ਹਦੂਰ। ਜਨਮ ਮਰਨ ਦੁਖ ਪਰ ਹਰੈ, ਸ਼ਬਦ ਰਹਿਆ ਭਰਪੂਰ ਰਹਾਉ। ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ। ਸੱਚ ਸ਼ਾਹ ਸੱਚਾ ਸ਼ਾਹ ਵਰਤਦਾ, ਕੋਈ ਨਾ ਮੇਟਣ ਹਾਰ। ਮਨ ਮੁਖ ਮਹਲ ਨਾ ਪਾਇਨੀ, ਕੂੜ ਮੁੱਠੇ ਕੁੜਿਆਰ। ਹਉ ਮੈਂ ਕਰਤਾ ਜਗ ਮੂਆ, ਗੁਰ ਬਿਨ ਘੋਰ ਅੰਧਾਰ। ਮਾਇਆ ਮੋਹ ਵਿਸਾਰਿਆ, ਸੁਖ ਦਾਤਾ ਦਾਤਾਰ। ਸਤਿਗੁਰ ਸੇਵੈ ਤਾਂ ਉਬਰੈ, ਸੱਚ ਰਖੈ ਉਰ ਧਾਰ। ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਸਤਿਗੁਰੂ ਸੇਵ ਮਨ ਨਿਰਮਲਾ, ਹਉ ਮੈਂ ਤਜ ਵਿਕਾਰ। ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ। ਧੰਦਾ ਧਾਵਤ ਰਹਿ ਗਏ, ਲਾਗਾ ਸਾਚ ਪਿਆਰ। ਸਚ ਰਤੇ ਮੁਖ ਉਜਲੇ, ਤਿਤ ਸਾਚੈ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ। ਇਸ਼ਨਾਨ ਦਾਨ ਜੇਤਾ ਕਰੇ, ਦੂਜੈ ਭਾਏ ਖੁਆਰ। ਹਰ ਜੀਉ ਆਪਣੀ ਕਿਰਪਾ ਕਰੇ, ਤਾਂ ਲਾਗੈ ਨਾਮ ਪਿਆਰ। ਨਾਨਕ ਨਾਮ ਸੰਭਾਲ ਤੂੰ, ਗੁਰ ਕੈ ਹੇਤ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਬਖਸ਼ਿਸ਼ ਤੇ ਸ਼ੁਕਰਾਨਾ ਹੈ ਕਿ ਸਤਿਗੁਰੂ ਜੀ ਤਰੁੱਠੇ ਨੇ ਹੁਕਮ ਰੂਪੀ ਸਵਾਸ ਬਖਸ਼ੇ ਹਨ, ਤੇ ਉਹਨਾਂ ਸਵਾਸਾਂ ਨੂੰ ਸਫਲ ਬਣਾਉਣ ਵਾਸਤੇ ਜਿੱਥੇ ਅੰਮ੍ਰਿਤਮਈ ਨਿਤਨੇਮ ਦੀ ਦਾਤ ਗੁਰੂ ਜੀ ਬਖਸ਼ਦੇ ਹਨ,
ਉੱਥੇ ਰੋਜ਼ਾਨਾ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰੂ ਸ਼ਬਦ ਵਿਚਾਰ ਦੇ ਨਾਲ ਵੀ ਉਹ ਆਪ ਹੀ ਜੋੜ ਲੈਂਦੇ ਹਨ। ਰੋਜ਼ਾਨਾ ਹੀ ਸਵੇਰ ਦੇ ਟਾਈਮ 8 ਵਜੇ ਫੇਸਬੁੱਕ ਲਾਈਵ ਆਡੀਓ ਦੇ ਇਸ ਮਾਧਿਅਮ ਦੇ ਰਾਹੀਂ ਨਿਰੰਤਰ ਗੁਰਬਾਣੀ ਐਪੀਸੋਡ ਚਲਾਏ ਜਾ ਰਹੇ ਹਨ, ਜਿਸ ਵਿੱਚ ਰੋਜ਼ਾਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲੜੀਵਾਰ ਧੰਨ ਧੰਨ ਗੁਰੂ ਜੀ ਦੀ ਕਥਾ ਜੋ ਚੱਲ ਰਹੀ ਹੈ, ਜਿਹਦੇ ਵਿੱਚ ਸ਼੍ਰੀ ਰਾਗ ਦੇ ਹੁਣ ਤੱਕ 52 ਨੰਬਰ ਸ਼ਬਦ 52 ਨੰਬਰ ਸ਼ਬਦ ਤੱਕ ਵਿਚਾਰ ਕਰ ਚੁੱਕੇ ਹਾਂ। ਅੱਜ ਦਾ ਜਿਹੜਾ ਸ਼ਬਦ ਆਪਣੀ ਨੇ ਹੁਣੇ ਸਰਵਣ ਕੀਤਾ ਹੈ, ਇਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ਼੍ਰੀ ਰਾਗ ਦੇ ਵਿੱਚੋਂ 53 ਨੰਬਰ ਸ਼ਬਦ ਹੈ ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਬਦ ਜਿਹੜਾ ਹੈ, ਇਹ ਸ਼ਬਦ ਹੈ 20 ਨੰਬਰ ਸ਼ਬਦ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਅਸੀਂ ਗੁਰਮਤਿ ਨੂੰ ਸਮਝ ਲਈਏ ਤੇ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਸਦਾ ਵਾਸਤੇ ਸਮੋ ਲਈਏ। ਕਰਮ ਕਾਂਡਾਂ ਤੇ ਪਖੰਡਾਂ ਤੋਂ ਉੱਪਰ ਜੀਵਨ ਚੁੱਕਣ ਦੀ ਬਾਤ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਕੀਤੀ ਹੈ। ਸ਼ਬਦ ਦੇ ਕੁੱਲ 5 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਬਖਸ਼ਿਸ਼ ਦੇ ਘਰ ਦੇ ਵਿੱਚ ਆ ਕੇ ਝੋਲੀ ਵਿੱਚ ਦਾਤਾਂ ਜਿਹੜੀਆਂ ਅੱਜ ਦੀਆਂ ਪਾ ਰਹੇ ਨੇ, ਤਰੁੱਠੇ ਨੇ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਹਰ ਵਕਤ ਗੁਰਮਤਿ ਦੇ ਰਸਤੇ ਤੇ ਤੋਰਦੇ ਹਨ। ਮਤ ਨੂੰ ਜੀਵਨ ਦੇ ਵਿੱਚੋਂ ਛੱਡਣ ਦੀ ਰੋਜ਼ਾਨਾ ਹੀ ਸਿੱਖਿਆ ਸਤਿਗੁਰੂ ਜੀ ਦੇ ਰਹੇ ਹਨ। ਸੋ ਆਓ ਅੱਜ ਦੇ ਪਾਵਨ ਸ਼ਬਦ ਨਾਲ ਜੁੜੀਏ। ਰਹਾਉ ਦੇ ਬੰਦ ਤੋਂ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਅੱਜ ਦੇ ਪਾਵਨ ਰਹਾਉ ਦੇ ਬੰਦ ਦੇ ਰਾਹੀਂ ਜੋ ਉਪਦੇਸ਼ ਦੇ ਰਹੇ ਨੇ, ਇਕਾਗਰਤਾ ਬਣਾ ਕੇ ਉਹਨਾਂ ਦੇ ਵਿੱਚ ਜੁੜੀਏ, ਸਰਵਣ ਕਰੀਏ। ਸਭ ਕਹਿੰਦੇ ਮਨ ਮੇਰੇ ਸਦਾ ਹਰ ਵੇਖ ਹਦੂਰ। ਸੰਬੋਧਨ ਕੀਤਾ ਹੈ ਮਨ ਨੂੰ, ਕਹਿੰਦੇ ਹੇ ਮੇਰੇ ਚੰਚਲ ਮਨ, ਹੇ ਮੇਰੇ ਅਵੈੜੇ ਮਨ, ਇਹ ਧਿਆਨ ਲਾ ਕੇ ਗੱਲ ਸੁਣ। ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਤੇਰੇ ਤੋਂ ਕਿਤੇ ਦੂਰ ਨਹੀਂ ਹੈ। ਉਹਨੂੰ ਸਦਾ ਆਪਣੇ ਹਾਜ਼ਰ ਨਾਜ਼ਰ ਵੇਖ, ਆਪਣੇ ਅੰਗ ਸੰਗ ਸਮਝ। ਮਨ ਮੇਰੇ ਸਦਾ ਹਰ ਵੇਖ ਹਦੂਰ। ਹੇ ਮੇਰੇ ਮਨ, ਸਦਾ ਪਰਿਪੂਰਨ ਪ੍ਰਮਾਤਮਾ ਜੀ ਨੂੰ, ਵਾਹਿਗੁਰੂ ਜੀ ਨੂੰ ਆਪਣੇ ਅੰਗ ਸਮਝ ਵੇਖ, ਆਪਣੇ ਅੰਗ ਸਮਝ, ਆਪਣੇ ਅੰਗ ਸੰਗ ਉਹਨੂੰ ਸਮਝ, ਤਾਂ ਕਿ ਉਹ ਤੇਰੇ ਨਾਲ ਹੈ, ਤੇਰੇ ਤੋਂ ਦੂਰ ਨਹੀਂ ਹੈ। ਜਨਮ ਮਾਰਨ ਦੁੱਖ ਪਰ ਹਰੈ, ਸ਼ਬਦ ਰਿਆ ਭਰਪੂਰ। ਹੁਣ ਉਹ ਦਿਸੇਗਾ ਕਿਵੇਂ, ਨਜ਼ਰ ਕਿਵੇਂ ਆਵੇਗਾ ਅੰਗ ਸੰਗ ਵਸਦਾ ਪ੍ਰਮਾਤਮਾ? ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਜਵਾਬ ਦਿੰਦੇ, ਜਨਮ ਮਰਨ ਦੁੱਖ ਪਰ ਹਰੈ। ਕਹਿੰਦੇ ਪ੍ਰਮਾਤਮਾ ਜੀਵਾਂ ਦੇ ਜਨਮ ਮਰਨ ਦੇ ਦੁੱਖ ਨੂੰ ਦੂਰ ਕਰ ਦਿੰਦਾ ਹੈ। ਪਰਿਪੂਰਨ ਪ੍ਰਮਾਤਮਾ ਦਾ ਜਿਹੜਾ ਸੁਭਾਅ ਹੈ, ਉਹ ਜੀਵਨ ਦੇ ਵਿੱਚੋਂ ਜਿਹੜੇ ਮਨੁੱਖ ਬਾਰ-ਬਾਰ ਆਤਮਿਕ ਮੌਤ ਮਰਦੇ ਹਨ, ਉਹ ਆਤਮਿਕ ਮੌਤ ਤੋਂ ਉੱਪਰ ਚੁੱਕ ਲੈਂਦਾ ਹੈ। ਗੱਲ ਕੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ, ਆਪਣੇ ਵਿੱਚ ਵਸਾ ਲੈਂਦਾ ਹੈ, ਆਪਣੇ ਵਿੱਚ ਟਿਕਾ ਲੈਂਦਾ ਹੈ। ਆਪਣਾ ਪ੍ਰੇਮ ਗੁਰੂ ਸਿੱਖ ਨੂੰ ਬਖਸ਼ਦਾ ਹੈ। ਤੇ ਜਦੋਂ ਗੁਰੂ ਦੀ ਮੱਤ 'ਤੇ ਤੁਰਨ ਵਾਲੇ ਸਿੱਖ ਨੂੰ ਇਹ ਸਮਝ ਪੈ ਜਾਂਦੀ ਹੈ ਪਰਿਪੂਰਨ ਪ੍ਰਮਾਤਮਾ ਸਦਾ ਮੇਰੇ ਅੰਗ ਸੰਗ ਹੈ, ਤੇ ਸਾਹਿਬ ਕਹਿੰਦੇ ਜਨਮ ਮਰਨ ਦੁੱਖ ਪਰ ਹਰੈ। ਪਰ ਹਰੈ ਦਾ ਅਰਥ ਹੈ ਦੂਰ ਕਰ ਦਿੰਦਾ ਹੈ। ਸ਼ਬਦ ਸੱਸਾ ਬੱਬਾ ਦੱਦੇ ਨੂੰ ਸਿਹਾਰੀ ਹੈ, ਭਾਵ ਸ਼ਬਦ ਦੇ ਵਿੱਚ ਜਿੱਥੇ ਵੀ ਦੱਦੇ ਨੂੰ ਸਿਹਾਰੀ ਸ਼ਬਦ ਆਵੇਗਾ
ਉੱਥੇ ਆਵੇਗਾ ਅਰਥ ਸ਼ਬਦ ਵਿੱਚ, ਸਿਫਤ ਸਲਾਹ ਦੀ ਬਾਣੀ ਦੇ ਵਿੱਚ। ਕਹਿੰਦੇ ਪਰਿਪੂਰਨ ਪ੍ਰਮਾਤਮਾ ਜੀ ਪਤਾ ਕੀ ਕਰਦੇ ਹਨ, ਜੀਵਾਂ ਦੇ ਇਤਨੀ ਚੜ੍ਹਦੀ ਕਲਾ ਦੇ ਵਿੱਚ ਜੀਵ ਨੂੰ ਲੈ ਜਾਂਦੇ ਹਨ। ਉਹਦੇ ਜੀਵਨ ਦੇ ਵਿੱਚੋਂ ਨਿਤ ਜਿਹੜੇ ਉਹ ਬਾਰ-ਬਾਰ ਆਤਮਿਕ ਮੌਤ ਮਰਦਾ ਸੀ, ਹੁਣ ਆਤਮਾ ਅਡੋਲ ਹੋ ਜਾਂਦੀ ਹੈ, ਸਥਿਰ ਹੋ ਜਾਂਦੀ ਹੈ, ਤੇ ਜੀਵਨ ਦੇ ਵਿੱਚੋਂ ਮਾਨਸਿਕ ਦੁੱਖ ਤੇ ਆਤਮਿਕ ਦੁੱਖ ਦੂਰ ਹੋ ਜਾਂਦੇ ਹਨ। ਮਾਨਸਿਕ ਦੁੱਖ ਕਿਹੜੇ ਨੇ? ਜਿਹੜੇ ਨਿਤ ਅਸੀਂ ਸਾਡਾ ਮਨ ਚਿਤਵਦਾ ਹੈ ਤੇ ਅਸੀਂ ਉਹਨਾਂ ਦੇ ਵਿੱਚ ਇਤਨੇ ਗਲਤਾਨ ਹੋ ਜਾਂਦੇ ਆ, ਜਿਹਨੂੰ ਆਪਾਂ ਚਿੰਤਾਵਾਂ ਕਹਿੰਦੇ ਆ, ਪਰੇਸ਼ਾਨੀਆਂ ਕਹਿੰਦੇ ਆ। ਹੁਣ ਇੱਕ ਮਨੁੱਖ ਚਿੰਤਾ ਦੇ ਵਿੱਚ ਵਿਆਕੁਲ ਹੈ, ਚਿੰਤਾ 'ਚ ਸੋਚੀ ਜਾ ਰਿਹਾ ਹੈ, ਹੁਣ ਹੈ ਕੁਝ ਵੀ ਨਹੀਂ ਉਹ ਕਰ ਸਕਦਾ, ਪਰ ਉਹ ਚਿੰਤਾਵਾਂ ਤੇ ਪਰੇਸ਼ਾਨੀਆਂ 'ਚ ਇਤਨਾ ਲੀਨ ਹੈ, ਉਹਨੇ ਮਾਨਸਿਕਤਾ ਦਾ ਦੁੱਖ ਲਾ ਲਿਆ। ਕਿਤੇ ਹਾਈ BP ਹੋ ਗਿਆ ਹੈ, ਕਿਤੇ ਉਹਨੂੰ ਹੋਰ ਕੋਈ ਪ੍ਰੋਬਲਮ ਆ ਗਈ ਹੈ। ਇਵੇਂ ਹੀ ਸਰੀਰਿਕ ਦੁੱਖ ਨੇ, ਆਤਮਿਕ ਦੁੱਖ ਨੇ, ਆਤਮਾ ਦੇ ਦੁੱਖ। ਜਦ ਤੱਕ ਮਨੁੱਖ ਪਰਮਾਤਮਾ ਤੋਂ ਟੁੱਟਿਆ ਰਹੇਗਾ, ਉਹਦੇ ਹੁਕਮ ਤੋਂ ਦੂਰ ਜਾਵੇਗਾ, ਆਤਮਿਕ ਤੌਰ ਤੇ ਦੁਖੀ ਰਹੇਗਾ। ਸਭ ਕਹਿੰਦੇ ਇਹ ਦੁੱਖ ਹੁਣ ਦੂਰ ਹੋ ਸਕਦੇ ਹਨ। ਕਿਵੇਂ? ਸ਼ਬਦ ਰਿਹਾ ਭਰਪੂਰ। ਜਦੋਂ ਤੂੰ ਗੁਰੂ ਦੇ ਸ਼ਬਦ ਦੇ ਵਿੱਚ ਵਸਦਾ ਪਰਿਪੂਰਨ ਪਰਮਾਤਮਾ ਤੈਨੂੰ ਨਜ਼ਰ ਆ ਜਾਵੇਗਾ। ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਆਪਾਂ ਇੱਕ ਦਿਨ ਇੱਕ ਸ਼ਬਦ ਪੜ੍ਹ ਰਹੇ ਸਨ, ਸਤਿਗੁਰੂ ਜੀ ਉਹਦੇ ਵਿੱਚ ਸਮਝਾ ਰਹੇ ਸਨ ਕਿ ਪਰਮਾਤਮਾ ਕਿਵੇਂ ਵੇਖਦਾ ਹੈ। ਸਭ ਕਹਿੰਦੇ ਉਹ ਗੁਰੂ ਸ਼ਬਦ ਵਿੱਚ ਮੌਜੂਦ ਹੈ, ਗੁਰੂ ਸ਼ਬਦ ਵਿੱਚ ਸਮੋਇਆ ਹੈ, ਗੁਰੂ ਸ਼ਬਦ ਵਿੱਚ ਟਿਕਿਆ ਹੈ। ਇਹ ਨਾ ਸਮਝੀ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾ ਕੇ ਕਿ ਸਤਿਗੁਰੂ ਤੈਨੂੰ ਨਹੀਂ ਵੇਖ ਰਿਹਾ। ਤੂੰ ਗੁਰੂ ਜੀ ਦੀ ਤਾਬਿਆ ਬਹਿ ਕੇ ਕੁਕਰਮ ਕਰੀ ਜਾਵੇਂ, ਝੂਠ ਬੋਲੀ ਜਾਵੇਂ, ਫੋਨ ਚਲਾਈ ਜਾਵੇਂ ਤੇ ਸੋਚੇ ਕਿ ਮੈਨੂੰ ਗੁਰੂ ਨਹੀਂ ਵੇਖ ਰਿਹਾ। ਸਤਿਗੁਰੂ ਵੇਖ ਰਿਹਾ। ਸਦ ਸੁਣਦਾ, ਸਦ ਵੇਖਦਾ, ਸਦਾ ਹੀ ਉਹ ਸੁਣ ਰਿਹਾ ਹੈ, ਸਦਾ ਹੀ ਵੇਖ ਰਿਹਾ ਹੈ। ਸ਼ਬਦ ਦੇ ਵਿੱਚ ਮੌਜੂਦ ਹੈ ਤੇ ਸ਼ਬਦ ਦੇ ਰਾਹੀਂ ਹੀ ਪਰਿਪੂਰਨ ਪਰਮਾਤਮਾ ਨੂੰ ਜਾਣਿਆ ਜਾ ਰਿਹਾ ਹੈ, ਸਮਝਿਆ ਜਾ ਰਿਹਾ ਹੈ। ਜਨਮ ਮਰਨ ਦੁੱਖ ਪਰ ਹਰੈ। ਮਨੁੱਖ ਦੇ ਜੀਵਨ ਦੇ ਵਿੱਚੋਂ ਆਤਮਿਕ ਦੁੱਖਾਂ ਦੇ ਵਿੱਚ ਜਿਹੜੀ ਜੀਵਨ ਬਾਰ-ਬਾਰ ਜਨਮ ਲੈ ਰਿਹਾ ਸੀ, ਬਾਰ-ਬਾਰ ਮਰ ਰਿਹਾ ਸੀ। ਗੱਲ ਕੀ ਮਨੁੱਖ ਦੀ ਜ਼ਿੰਦਗੀ ਐਸੀ ਹੈ, ਮਨੁੱਖ ਨਿਤ ਕਿੰਨੀ ਵਾਰੀ ਜਨਮ ਲੈਂਦਾ ਹੈ, ਕਿੰਨੀ ਵਾਰੀ ਮਰਦਾ। ਜਦੋਂ ਸਾਡੇ ਵਿੱਚ ਕਿਤਨੇ ਵਿਚਾਰਾਂ ਦਾ ਰੋਜ਼ ਜਨਮ ਹੈ, ਕਿਤਨੇ ਵਿਚਾਰਾਂ ਦੀ ਰੋਜ਼ ਮੌਤ ਹੈ। ਕੁਝ ਵਿਚਾਰ ਦੁੱਖ ਦੇ ਕੇ ਜਾਂਦੇ ਨੇ, ਕੁਝ ਵਿਚਾਰ ਸੁੱਖ ਦੇ ਕੇ ਜਾਂਦੇ ਨੇ। ਤੋ ਸਾਹਿਬ ਜੀ ਕਹਿੰਦੇ ਇਹ ਦੁੱਖਾਂ ਸੁੱਖਾਂ ਤੋਂ ਉੱਪਰ ਚੁੱਕ ਦਿੱਤਾ ਹੈ ਗੁਰੂ ਸ਼ਬਦ ਨੇ। ਹੁਣ ਜੀਵਨ ਦੇ ਵਿੱਚ ਬੈਲੈਂਸ ਆ ਗਿਆ ਹੈ। ਹੁਣ ਇਸ ਸੰਸਾਰਿਕ ਦੁੱਖ ਝਮੇਲਿਆਂ ਦੇ ਵਿੱਚ ਮਨ ਗਲਤਾਨ ਨਹੀਂ ਹੁੰਦਾ। ਹੁਣ ਜੋ ਹੈ ਉਹਦੇ ਹੁਕਮ ਦੇ ਵਿੱਚ ਹੈ। ਜਨਮ ਮਰਨ ਦੁੱਖ ਪਰ ਹਰੈ। ਪਰਮਾਤਮਾ ਜੀਵਾਂ ਦੇ ਜਨਮ ਮਰਨ ਦਾ ਦੁੱਖ ਦੂਰ ਕਰ ਦਿੰਦਾ ਹੈ। ਸ਼ਬਦ ਰਿਹਾ ਭਰਪੂਰ। ਉਹ ਗੁਰੂ ਦੇ ਸ਼ਬਦ ਵਿੱਚ ਭਰਪੂਰ ਰੂਪ ਦੇ ਵਿੱਚ ਵਸ ਰਿਹਾ ਹੈ। ਇਸ ਵਾਸਤੇ ਹੇ ਮੇਰੇ ਮਨ, ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ। ਹੇ ਮੇਰੇ ਮਨ, ਗੁਰੂ ਦੇ ਸ਼ਬਦ ਦੇ ਉੱਪਰ ਆਪਣੇ ਜੀਵਨ ਨੂੰ ਤੋਰ। ਦੇਖੋ ਬਾਰ-ਬਾਰ ਜਿੰਨੀ ਵਾਰੀ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਂਗੇ, ਜਿੰਨੀ ਵਾਰੀ ਵਿਚਾਰ ਕਰਾਂਗੇ, ਬਾਰ-ਬਾਰ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਕਿਤੇ ਦੂਰ ਜਾਣ ਦੀ ਲੋੜ ਹੀ ਨਹੀਂ। ਸ਼ਬਦ ਦੇ ਨਾਲ ਜੁੜ। ਸ਼ਬਦ ਕੀ ਹੈ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਉਪਦੇਸ਼। ਗੁਰੂ ਦੇ ਉਪਦੇਸ਼ਾਂ ਦੇ ਸ਼ਬਦਾਂ ਦੇ ਰਾਹੀਂ ਜਦੋਂ ਅਸੀਂ ਸ਼ਬਦ ਨੂੰ ਖੋਲ੍ਹਦੇ ਹਾਂ, ਉਹਦੀ ਵਿਚਾਰ ਕਰਦੇ ਹਾਂ, ਤੇ ਉਸ ਸ਼ਬਦ ਦੇ ਵਿੱਚੋਂ ਕੀ ਦਰਸ਼ਨ ਹੁੰਦੇ ਨੇ? ਪਰਮਾਤਮਾ ਦੇ ਗੁਣਾਂ ਦੇ, ਕਿ ਪਰਮਾਤਮਾ ਨੂੰ ਕਿਵੇਂ ਤੂੰ ਮਿਲਣਾ ਹੈ, ਕਿਵੇਂ ਤੂੰ ਆਪਣੇ ਜੀਵਨ ਦੇ ਵਿੱਚ ਇਸ ਸੱਚ ਨੂੰ ਸਮਾਉਣਾ ਹੈ। ਇਹ ਥਿਊਰੀ ਹੈ। ਪ੍ਰੈਕਟੀਕਲ ਕਿਵੇਂ ਕਰਨਾ ਹੈ, ਇਸ ਨੂੰ ਅਸੀਂ ਆਪਣੇ ਜੀਵਨ ਵਿੱਚ ਐਕਸਪੈਰੀਮੈਂਟ ਕਰਨਾ ਹੈ। ਰੋਜ਼ਾਨਾ ਅੱਜ ਵਿੱਚ ਜਿਉਣਾ ਸ਼ੁਰੂ ਕਰੀਏ। ਮੈਂ ਬਾਰ-ਬਾਰ ਬੇਨਤੀ ਕਰਦਾ, ਪ੍ਰੈਜ਼ੈਂਟ ਨੂੰ ਜੀਵੋ, ਅੱਜ ਨੂੰ ਜੀਵੋ। ਕੱਲ੍ਹ ਦੀ ਚਿੰਤਾ ਛੱਡ ਦਿਓ, ਅੱਜ ਦੇ ਦਿਨ ਨੂੰ ਸੈਲੀਬ੍ਰੇਟ ਕਰੋ। ਆਪਣੇ ਬੱਚਿਆਂ ਦੇ ਵਿੱਚ ਬਾਰ-ਬਾਰ ਇਹ ਗੱਲ ਨੂੰ ਪੈਦਾ ਕਰੋ। ਨਹੀਂ ਤੇ ਅੱਜ ਸਟ੍ਰੈਸ ਭਰੀ ਇਤਨੀ ਲਾਈਫ ਹੈ ਨਾ, ਮੈਂ ਸੱਚ ਜਾਣਿਓ, ਜਿਹਦੇ ਕੋਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਨਹੀਂ ਨਾ, ਜਿਹਦੇ ਕੋਲ ਗੁਰੂ ਸ਼ਬਦ ਦਾ ਅੰਗ ਸੰਗ ਨਹੀਂ, ਜੋ ਆਪਣੇ ਅੰਗ ਸੰਗ ਗੁਰੂ ਸ਼ਬਦ ਨੂੰ ਨਹੀਂ ਸਮਝਦਾ, ਅੱਜ ਤੁਸੀਂ ਹਾਲਾਤਾਂ ਦੇਖ ਲਓ ਕਿੰਨੀਆਂ ਸੁਸਾਈਡਾਂ ਹੋ ਰਹੀਆਂ ਨੇ। ਯੰਗ ਯੂਥ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ, ਕਿਉਂਕਿ ਪੜ੍ਹਾਈ ਦਾ ਡਿਪਰੈਸ਼ਨ ਹੈ,
कैरियर का डिप्रैशन है। हर जगह मनुख की जिंदगी दे विच स्ट्रैस है। अपने बच्चों के कोल बह के उन्होंने ये समझाया करो, बच्चों स्ट्रैस नहीं लेना लाइफ दे विच। कोशिश करो अपने चंगे जीवन नूं बनाउण दी, चंगा इंसानियत भरिया जीवन बनाउण दी। अपने बच्चों नूं जे तुसी बचाउणा चाहुंदे आ दुनियावी तमाम भैड़ियां आदतां तों, ते मेरी गल मन के मैं हथ जोड़ के बेनती करदा, जिवें तुसी अपने बच्चे का नाम पहले अखर धन गुरु ग्रंथ साहिब तो अपने बच्चे का नाम रख के उन्होंने गुरु ग्रंथ साहिब जी के अंग संग लिआंदा सी ना, इवें ही अज तो अपने बच्चों नूं फिर दोबारा वो चेते कराओ, पुत वे मेरी धी बच्चीए तेरा नाम गुरु ग्रंथ साहिब के पहले अखर तो रखिया, क्यों चिंता करदी है? तेरा बापू साहिब गुरु शब्द गुरु ग्रंथ साहिब है, ਉਹਦੇ ਕੋਲੋਂ ਪੁੱਛ, ਉਹਦੇ ਕੋਲ विचार लैके तुर। तो मैं गल बेनती करदा कि कभी बच्चा आत्म हत्या सुसाइड वाले बन्ने नहीं जाऊगा, कोई भी नहीं जाऊगा, क्योंकि गुरबाणी आत्मघाती वाले बन्ने लैके ही नहीं जाती। इसे करके मैं ये गल बेनतियां करदा, गुरबाणी का ज्ञान चढ़दी कला च लैके जांदा है। गुरबाणी सतगुर की मत सानू दुखा सुखां दे नाल लड़ना सिखाउंदी है। लाइफ एक स्ट्रगल है। जिवें खिडारी मैदान दे विच आके खेडदा वा ना, उसनूं उस खेड खेडण वास्ते कितनी मेहनत करनी पैंदी है। तुसीं देखो एक ओलंपिक दे विच जे किसी ने खेडना है, कि आपां सोचदे हां कि वो एक ही दिन खेड के गोल्ड मैडल लै गया। कितनी मेहनत उन्हें अपनी जिंदगी ला दी है, अपना सारा समा ला दिता है। इतनी लाइफ की स्ट्रगल करके जिद्दण उन्होंने वो गोल्ड मैडल मिलता है, वो जिंदगी का कैसा सुकून ते कैसा खुशी है। इवें परमात्मा ने सानू पैदा करके इस संसार रूपी प्लेग्राउंड दे विच खड़ा कर दिता है। हुण असी जिंदगी की बाजी जित के गुरमुख जन्म सवार दरगे चलिया वाले जीवन ते तुरना है, कि असी अपनी जिंदगी नू इत्थे खुआर करना है। ये दो तरीके दे साडे जीवन ने। जे ते सानू चंगे खिडारी बन के असी गुरु नू अपना कोच बना लिया, धन साहिब गुरु ग्रंथ साहिब नू, ते सतगुर दी मत लै लै के अपने जीवन नू संभालना ते तराशना शुरू कर दिता, फिर इन्हां चिंतावां परेशानियां दा कोई फिक्र नहीं। क्योंकि खिडारी दे जीवन दे विच बहुत दुख उन्होंने सहने पैंदे ने, शरीर नू तोड़ना मरोड़ना पैंदा है, दर्द पेन सहने पैंदे। आम करके एक इंग्लिश का मॉरल है, नो पेन नो गेन। जे दर्द नहीं तो प्राप्ति भी नहीं। इवें जिंदगी दे विच पेन दुख आ। दुख क्यों है? ताकि दुख तैनूं सुख का आगाज करावे, दुख तैनूं परमात्मा रूपी सुख रूपी ज्ञान का आगाज करावे। इसे करके साहिब जी कहते दुख दारू सुख रोग पिया। सुख मनुख की जिंदगी नूं कंफर्ट जोन विच लैके जाते हैं, तो जिस मनुख नूं कंफर्ट जोन दे विच रहण की आदत पै जावे, वो जिंदगी दे विच स्ट्रगल नहीं कर सकता, दुनिया दे विच प्राप्तियां नहीं कर सकता। अज असीं अपने बच्चों नूं कंफर्ट जोन चों बाहर कढीए, उन्होंने जिंदगी दे सही अर्थ समझाइए। वो तां समझा सकांगे जे सानूं पता होणगे। हुण सानूं जानण वास्ते गुरमत गुरु शब्द गुरबाणी नाल जुड़ना पवेगा। हथ जोड़ के मेरी बेनती जे, धन साहिब गुरु गोबिंद सिंह महाराज जी के बचन, साहिब श्री गुरु ग्रंथ साहिब जी के पावन उपदेश मनुख नूं संकट मोचन वाले बन्ने नहीं लैके जाते। बाणी कोई मंत्रां दा जाप करन वास्ते नहीं है कि चौंकड़े मारे ते मंत्रां वांगू जाप कीता ते गल मुक गई। नहीं, बाणी जिंदगी दे विच परसनलाइज करन वास्ते, एक्सपैरीमेंट करन वास्ते है, थ्योरी है, इनू जीवन च वसाउणा है। ते सब कहंदे करके वेख जन्म मरण दुख पर हरे शब्द रिया भरपूर। वो वसदा परमात्मा शब्द दे विच मौजूद है। तेरी जिंदगी दे तमाम दुख दूर हो सकते हैं, सदा आत्मिक सुख तेनू मिल सकता है जे तू गुरु के शब्द के नाल अपने जीवन नू जोड़ लवे। ये राहाव दीआं पंक्तियां सन। पहला बंद है अज दे पावन शब्द का। हुण सतगुरु जी दे आपां बंदां दी विचार दे नाल जुड़ना है। पहला बंद श्री राग महला तीजा। जिन्नी पुरखी सतगुरु ना सेविआओ से दुखीए जुगचार। जिन्नी पुरखी, जिन्ना पुरखा ने, भाव पुरख का अर्थ इत्थे मनुख की बात नहीं की जाती, मर्द की नहीं गल की जा रही। असी सारे ही पुरख रूप च हाँ, जिन्ने भी असी जीव इस्त्रियां वा, ये सारियां दा नाल एक जिहड़ा है ना म्यूचुअल बात आ, सारियां वास्ते एक ही गल आ।
ਜਿਨੀ ਪੁਰਖੀ ਸਤਿਗੁਰ ਨਾ ਸੇਵਿਓ। ਪੁਰਖੀ ਪੁਰਖਾਂ ਨੇ ਬਹੁਵਚਨ ਦੇ ਵਿੱਚ ਆ, ਇਸ ਕਰਕੇ ਆਪਾਂ ਇਹਨੂੰ ਪੁਰਖੀ ਬਿੰਦੀ ਲਾ ਕੇ ਮਾੜਾ ਜਿਹਾ ਪੜਾਂਗੇ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ। ਜਿਨੀ ਪੁਰਖੀ ਦਾ ਅਰਥ ਹੈ ਜਿਨ੍ਹਾਂ ਮਨੁੱਖਾਂ ਨੇ ਸਤਿਗੁਰ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਸ਼ਬਦ ਗੁਰੂ ਦੇ ਗਿਆਨ ਦੀ ਨਾ ਸੇਵਿਓ, ਉਹਨੂੰ ਜੀਵਨ ਵਿੱਚ ਨਹੀਂ ਅਪਣਾਇਆ। ਸਤਿਗੁਰ ਦੀ ਸੇਵਾ ਮੈਂ ਬਾਰ-ਬਾਰ ਕਹਿਣਾ ਚਾਹੁੰਦਾ, ਰੁਮਾਲੇ ਚੜਾਉਣੇ, ਪਾਲਕੀਆਂ ਚੜਾਉਣੀਆਂ, ਇਹ ਸਿਰਫ ਇੱਕ ਸੇਵਾ ਦਾ ਪੱਖ ਆ, ਮੁਕੰਮਲ ਸੇਵਾ ਨਹੀਂ ਹੈ। ਸਾਡੀ ਜ਼ਿੰਦਗੀ ਦੀ ਜਿੰਨੀ ਐਨਰਜੀ ਲੱਗੀ ਹੈ ਬਾਹਰ ਦੀ ਸੇਵਾ 'ਤੇ ਲੱਗੀ ਜੀ। ਮੈਂ ਰੁਮਾਲਾ ਚੜਾਉਣਾ 1.5-2 ਲੱਖ ਰੁਪਏ ਦਾ ਰੁਮਾਲਾ ਚੜਾਉਣਾ, ਮੈਂ ਸੁੱਖ ਲਿਆ, ਮੈਂ ਸੁੱਖ ਲਿਆ ਵਾ। ਮੈਂ ਸੁੱਖ ਲਿਆ ਵਾ ਕਿ ਮੇਰੇ ਪੁੱਤ ਦਾ ਵੀਜ਼ਾ ਲੱਗ ਜੇ, ਮੇਰੇ ਪੁੱਤ ਆਹ ਪੜ੍ਹਾਈ ਕਰ ਲਵੇ, ਮੈਂ ਸੋਨੇ ਦੀ ਪਾਲਕੀ ਚੜਾਊਂਗੀ। ਭੈਣ ਮੇਰੀ ਹੋ, ਵੀਰ ਮੇਰੇ ਹੋ, ਕਿਤੇ ਇਹ ਵੀ ਸੁੱਖ ਲਿਆ ਕਰੋ ਕਿ ਜਿੱਦਣ ਮੇਰਾ ਬੱਚਾ ਚੰਗੇ ਨੰਬਰ ਲੈ ਕੇ ਆਉ, ਮੈਂ ਕਿਸੇ ਗਰੀਬ ਦੇ ਪੈਰਾਂ 'ਚ ਜੁੱਤੀਆਂ ਪਵਾਉਂਗੀ। ਮੈਂ ਕਿਸੇ ਦੀ ਧੀ ਭੈਣ ਦੇ ਵਾਸਤੇ ਕੁਝ ਪੈਸੇ ਇਕੱਠੇ ਕਰਕੇ ਦਊਂਗੀ ਕਿਸੇ ਗਰੀਬ ਪਰਿਵਾਰ ਨੂੰ ਕਿ ਉਹ ਆਪਣੀ ਬੱਚੀ ਨੂੰ ਵਧੀਆ ਐਜੂਕੇਸ਼ਨ ਦੇ ਲਵੇ। ਕਿਤੇ ਇੱਧਰਲੇ ਬੰਨੇ ਵੀ ਤੁਰ ਪਈਏ। ਰੁਮਾਲੇ ਅਸੀਂ ਇੰਨੇ ਢੇਰ ਲਾ ਦਿੱਤੇ ਨੇ ਸੇਵਾ ਦੇ ਨਾਂ 'ਤੇ ਗੁਰਦੁਆਰਿਆਂ 'ਚ। ਕੱਲ੍ਹ ਪਰਸੋਂ ਦੀ ਖਬਰ ਸੀ ਫੇਸਬੁੱਕ 'ਤੇ, ਤੁਸੀਂ ਦੇਖੋ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਕਿਨਾਰੇ ਖਿਮਾ ਕਰਨਾ ਦਰਿਆ ਦੇ ਕੰਢੇ ਦੇ ਉੱਤੇ ਰੁਮਾਲਿਆਂ ਦਾ ਢੇਰ ਰੱਖ ਕੇ ਅੱਗ ਬਾਲੀ ਜਾ ਰਹੀ ਹੈ। ਕੀ ਤੁਸੀਂ ਜਰਮਨ ਦੇ ਵਿੱਚ, ਇਟਲੀ ਦੇ ਵਿੱਚ, ਕੈਨੇਡਾ, ਅਮਰੀਕਾ 'ਚ ਇਹ ਗੱਲ ਖੁੱਲ੍ਹੇਆਮ ਕਰ ਸਕਦੇ ਆ? ਕਿਤਨੇ ਰੁਮਾਲੇ ਚੜ੍ਹ ਰਹੇ ਨੇ, ਢੇਰਾਂ ਦੇ ਢੇਰ ਲੱਗੇ ਪਏ ਨੇ ਗੁਰਦੁਆਰਿਆਂ ਦੇ ਵਿੱਚ। ਸਾਡੇ ਕੋਲ ਕਿਸੇ ਗਰੀਬ ਦੇ ਤਨ ਢੱਕਣ ਵਾਸਤੇ ਅਸੀਂ ਪੋਸ਼ਾਕ ਤੱਕ ਨਹੀਂ ਲੈ ਕੇ ਦਿੰਦੇ। ਜੇ ਲੈ ਕੇ ਦੇਣੀ ਹੈ ਤੇ ਅਸੀਂ ਲੱਥੇ ਹੋਏ ਕੱਪੜੇ ਆਪਣੇ ਬੱਚਿਆਂ ਦੇ ਦੇਣੇ ਆ। ਚਲੋ ਮੁਬਾਰਕ ਆ, ਲੱਥੇ ਹੋਏ ਹੀ ਦਿਓ, ਪਰ ਕਿਸੇ ਦਾ ਤਨ ਤੇ ਢੱਕੋ, ਕਿਸੇ ਦੇ ਕੰਮ ਤੇ ਆਓ, ਕਿਸੇ ਦੇ ਕੋਈ ਹੱਥ ਤੇ ਫੜੋ ਕਿਸੇ ਦਾ। ਜ਼ਿੰਦਗੀ ਸੱਚੇ ਪਾਤਸ਼ਾਹ ਜੀ, ਪਰ ਅੱਜ ਸੇਵਾ ਦੇ ਨਾਂ 'ਤੇ ਰੁਮਾਲੇ ਚੜਾ ਲਏ, ਪਾਲਕੀਆਂ ਬਣਾ ਲਈਆਂ, ਆਦਿ ਇੱਕ ਲੰਗਰ ਲਾ ਲਏ। ਐਤਵਾਰ ਵਾਲੇ ਦਿਨ ਮੈਂ ਦੇਖਦਾ ਗੁਰਦੁਆਰਿਆਂ 'ਚ ਅਸੀਂ ਜੀ ਲੰਗਰ ਲਾਇਆ, ਕਿਹਦੇ ਵਾਸਤੇ ਲਾਇਆ? ਆਪ ਹੀ ਛਕਣਾ, ਆਪ ਹੀ ਖਾ ਕੇ ਘਰ ਨੂੰ ਆ ਗਏ। ਕਿੰਨੇ ਕੌਮ ਦਾ ਪੈਸਾ, ਦਸਾਂ ਨੌਵਾਂ ਦੀ ਕਿਰਤ ਕਮਾਈ ਜਿਹੜੀ ਗੁਰੂ ਕੇ ਸਿੱਖ ਕਰਦੇ ਹਨ, ਕਿੰਨਾ ਐਸਾ ਪੈਸਾ ਜਿਹੜਾ ਅਸੀਂ ਕੌਡੀਆਂ ਦੇ ਪਾਸ ਸੁੱਟ ਰਹੇ ਹਾਂ, ਕਿਉਂਕਿ ਸਾਨੂੰ ਸਮਝ ਨਹੀਂ ਗਈ। ਅਸੀਂ ਬਾਹਰ ਦੀ ਸੇਵਾ ਨੂੰ ਗੁਰੂ ਦੀ ਸੇਵਾ ਮੰਨ ਲਿਆ, ਜਦ ਕਿ ਇੱਕ ਸੇਵਾ ਦਾ ਜਸਟ ਇੱਕ ਪੱਖ ਆ। ਗੁਰੂ ਸਾਹਿਬ ਜੀ ਨੇ ਇਹ ਕਿਉਂ ਦਿੱਤੇ ਭਲਾ? ਹੁਣ ਜੋੜੇ ਮੈਂ ਝਾੜ ਰਿਹਾ ਵਾਂ, ਕਿਉਂ ਗੁਰੂ ਸਾਹਿਬ ਜੀ ਨੇ ਇਹ ਕਿਹਾ ਵੀ ਮੇਰਾ ਸਿੱਖ ਜੋੜੇ ਝਾੜੂਗਾ? ਤਾਂ ਕਿ ਇਹਦੇ ਅੰਦਰ ਇਹ ਅਹੰਕਾਰ ਖਤਮ ਹੋ ਜਾਵੇ ਕਿ ਮੈਂ ਕੁਝ ਹਾਂ, ਮੈਂ ਤੇ ਜੋੜਿਆਂ ਵਿੱਚ ਰਹਿਣ ਦੇ ਬਰਾਬਰ ਹਾਂ, ਸਦਾ ਇਹ ਜ਼ਿੰਦਗੀ 'ਚ ਇਹਨੂੰ ਚੇਤੇ ਰਵੇ। ਲੰਗਰ ਖਵਾਉਣ ਦੀ ਸੇਵਾ ਕਿਉਂ ਗੁਰੂ ਸਾਹਿਬ ਕਹਿੰਦੇ ਵੀ ਤੂੰ ਲੰਗਰ ਪਕਾਇਆ ਕਰ, ਲੰਗਰ ਵਰਤਾਇਆ ਕਰ, ਥਾਲੀਆਂ ਮਾਂਜਿਆ ਕਰ, ਤਾਂ ਕਿ ਤੇਰੇ ਅੰਦਰ ਬੈਠੀ ਜਿਹੜੀ ਈਗੋ ਆ ਨਾ, ਉਹ ਥਾਲੀਆਂ ਮਾਂਜਦਿਆਂ ਧੁੱਪ ਜਾਵੇ ਕਿ ਵੀ ਮੈਂ ਕੁਝ ਵੀ ਨਹੀਂ ਹਾਂ। ਪਰ ਸਤਿਗੁਰੂ ਕਹਿੰਦੇ ਇਹ ਤੇ ਉਲਟਾ ਹੋ ਗਿਆ। ਜੋੜੇ ਝਾੜਨ ਵਾਲਾ ਵੀ ਹੰਕਾਰੀ ਬਣ ਬੈਠਾ ਹੈ। ਉਹ ਵੀ ਚਾਹੁੰਦਾ ਵੀ ਹੁਣ ਜੋੜੇ ਝਾੜਦੇ ਆ ਅਗਲੀ ਵਾਰੀ ਜਦੋਂ ਇਲੈਕਸ਼ਨ ਹੋਣ ਤੇ ਮੈਨੂੰ ਪ੍ਰਧਾਨ ਚੁਣ ਲਿਆ ਜਾਵੇ, ਕਿਉਂਕਿ ਮੈਂ ਜੋੜੇ ਰੋਜ਼ ਝਾੜਦਾ, ਮੈਂ ਥਾਲੀਆਂ ਰੋਜ਼ ਆ ਕੇ ਮਾਂਜਦਾ, ਅਗਲੀ ਵਾਰੀ ਜਦੋਂ ਇਲੈਕਸ਼ਨ ਹੋਣ ਤੇ ਮੇਰੀ ਜ਼ਰੂਰ ਵਿੱਚ 10 ਪਾਈ ਜਾਵੇ ਕਿ ਵੇਖੋ ਜੀ ਇਹ ਕਿੰਨਾ ਵੱਡਾ ਸੇਵਾਦਾਰ ਹੈ। ਤੇ ਜਿੱਦਣ ਕੋਈ ਪ੍ਰਧਾਨ ਬਣ ਜਾਂਦਾ, ਜਿੱਦਣ ਕੋਈ ਸੈਕਟਰੀ ਬਣ ਜਾਂਦਾ, ਦੂਜੇ ਦਿਨ ਉਹ ਨਾ ਥਾਲੀਆਂ ਮਾਂਜਦਾ ਨਾ ਉਹ ਸੇਵਾ ਕਰਦਾ, ਕਿਉਂਕਿ ਉਹਦੀ ਜਿਹੜੀ ਉਹ ਕੁਰਸੀ ਪਾਉਣੀ ਚਾਹੁੰਦਾ ਹੋ ਜਾਂਦੀ ਹੈ। ਅਸੀਂ ਬਾਹਰ ਦੀਆਂ ਸੇਵਾਵਾਂ ਨੂੰ ਹੀ ਜ਼ਿੰਦਗੀ ਦੀ ਵੱਡੀ ਸੇਵਾ ਮੰਨ ਲਈ ਹੈ, ਜਦ ਕਿ ਅਸਲੀ ਸੇਵਾ ਗੁਰੂ ਦੀ ਕੀ ਹੈ? ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਆ ਗੁਰੂ ਦੀ ਸੇਵਾ। ਸਭ ਕਹਿੰਦੇ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਸਤਿਗੁਰੂ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਰਹਿਤ ਬਹਿਤ, ਗੁਰੂ ਦੀ ਦੱਸੀ ਮੱਤ ਤੇ ਆਪਣਾ ਜੀਵਨ ਨਹੀਂ ਤੋਰਿਆ, ਉਹ ਜਿਹੜਾ ਮਰਜੀ ਭਾਵੇਂ ਯੁੱਗ ਹੋਵੇ, ਭਾਵੇਂ ਇਹ ਬ੍ਰਾਹਮਣ ਤੋਂ ਸਤਯੁਗ ਕਹਿ ਲਾ, ਭਾਵੇਂ ਤੂੰ ਦੁਆਪਰ ਕਹਿ ਲਾ, ਭਾਵੇਂ ਤੂੰ ਤ੍ਰੇਤਾ ਕਹਿ ਲਾ, ਭਾਵੇਂ ਕਲਯੁਗ ਕਹਿ ਲਾ, ਉਹ ਸੁਖੀ ਰਹਿ ਹੀ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਗੁਰੂ ਹੈ ਹੀ ਨਹੀਂ, ਗੁਰੂ ਸ਼ਬਦ ਨਾਲ ਉਹ ਜੁੜਿਆ ਹੀ ਨਹੀਂ। ਉਹ ਤੇ ਹਰ ਵੇਲੇ ਦੁਖੀ ਰਹੇਗਾ। ਇੱਥੇ 4 ਸ਼ਬਦ ਆਇਆ, ਜੁਗ ਚਾਰ, ਚੱਚੇ ਨੂੰ ਕੰਨਾ ਰਾਰੇ ਨੂੰ ਸਿਆਰੀ।
ध्यान देना, ये शब्द गुरु ग्रंथ साहिब च बहुत बार बार आउंदा। जिथे चार किते आउंदा वडियाइयां वास्ते, किते चार आउंदा सुंदर वास्ते। जिवें शब्द आउंदा गुण वडियाइयां चार, उथे चार गिणती दा नहीं है, उथे चार दा अर्थ है सुंदर। जिथे जुग की गल आऊगी उहदे नाल जिहड़ा चार शब्द आऊगा वो आऊगा जुग चार, वो गिणती का चार होवेगा। ये ध्यान देना है जदों भी बाणी पढ़नी है, इस लफ्ज़ के उत्ते केंद्रित करना अपने आप को। तो सब कहते जिन्ना मनुखा ने जिनी सतगुर जिन्नी पुरखी सतगुर ना सेवियो से दुखीए जुग चार। जिन्ना मनुखा ने गुरु की दसी सेवा नहीं की, गुरु की मत ते नहीं चले, वो हर एक जुग दे विच दुखी रहे ने, परेशान रहणगे। क्योंकि गुरु जी दे हुक्म दे चलण तो बिना, गुरु की मत ते तुरन तो बिना ये जीवन दुख ते परेशानियां विच ही घिरिया रहेगा। कर होंदा पुरख ना पछाणिया, अभिमान मुठे अहंकार। मुठे शब्द इस पंक्ति च आ रहा है। मुठे का अर्थ है ठगिया जाना। घर होंदा, रारे नूं सिहारी है, घर दे विच मौजूद, पुरख ना पछाणिया, हिरदे घर दे विच बैठा परमात्मा की इन्हें कदी पहचान नहीं की। अभिमान मुठे अहंकार, ते सारा दिन इहदे अंदरों जिहड़े विकार ने, अहंकार ते अभिमान दे विच इह फसिया होया अपने आत्मक जीवन की रास पूंजी नूं लुटा रहा है। अभिमान ते अहंकार रूपी लुटेरियां दे हथ ये जितना भी अपने अंदर किते कोई गुरमत की बात इकट्ठी करता है वो लुट ले जाते हैं। चेता रखना साडे अंदर की पोजीशन पता की है, ये नहीं कि असी नितनेम नहीं करते, करने कोशिश करते हैं। बहुत मुबारक आ जिहड़े करते ने, पाठ भी करते हैं, बाणी भी पढ़ते हैं, कथा भी सुनते हैं, कीर्तन भी सुनते हैं, नित दिन कैसटां चलदियां रहिंदियां, WhatsApp चलते रहिंदे। पर सतगुरु कहंदे हो पता की रहा है, कहंदे इधर ये बाणी तो ज्ञान अपने अंदर इकट्ठा करता है, पर नाल ही इहदे अंदर जिहड़े चोर सन ला के बैठे हैं। किहड़े चोर? इस देही अंदर पंच चोर वसै, काम क्रोध लोभ मोह अहंकारा, अमृत लूटै, मन मुख नहीं बूझै कोई ना सुने पुकारा। कहंदे ये ऐसा मनुख है, इधरों ये अमृत रूपी गुण गुरु का ज्ञान अपने अंदर इकट्ठा करता है, नाल ही मैं हंकार क्रोध विच अपना जीवन बतीत करता है। बस कि ये लुट ये जिहड़े रोग ने, ये विकार ने, ये जीवन विचों अमृत लुट लैंदे हन। कर होंदा पुरख ना पछाणिया, घर विच बैठा परिपूर्ण परमात्मा हाज़र नाज़र ये नहीं वेख पाउंदा। क्यों? क्योंकि अभिमान मुठे अहंकार, क्योंकि अहंकार ते अभिमान दे विच ये नित फसिया रहिंदा है। जिहदे अहंकार ते अभिमान रूपी चोर इहदे जीवन दे विचों आत्मक जीवन दे रस दी पूंजी लुट लैंदे हन, ये फिर खाली दा खाली रह जांदा है। सतगुरु क्या फिटकिया, मंग थके संसार। वाहिगुरु, सतगुरु क्या फिटकिया। फिटकिया का अर्थ पता की है? किसी नूं फिटे मूँह कह देना, भाव उन्होंने गलों ला देना, दूर कर देना। उन्होंने फिट कहना, किसी नूं कहना भी जा तेरा फिटकिया का अर्थ है फिटकार पा दी। मंग थके संसार। सतगुरु कहंदे जिहड़े गुरु वल्लों बेमुख हो गए, भाव जिहड़े अहंकार दे विच फसे हुए आ ना, ये गुरु तो टुटे हुए ने। ये गुरु दे नाल इन्हां दा जीवन नहीं जुड़िया, इसे करके ये मैं विच जीव रहे ने। सतगुरु क्या फिटकिया, मंग थके संसार। जिहड़े गुरु वल्लों बेमुख मनुख, सतगुरु कहंदे जगत विच मंगदे फिरदे हन, भाव माया की खातर भटकते फिरते हैं। नित मंगतियां वाला जीवन है उन्होंने, हथ टटते हैं लोगों के अगे। किन्ने ऐसे लोग ने आपां झाती मार लीए, एक एक रुपये वास्ते मंगतियां वांगू तरले लेंदे फिरते हैं। जिधर भी किसी ने नज़र आया कोई स्वार्थ पूरा होंदा है, उहदे अगे मंगण तुर पैंदे हन। उन्हां दे जीवन विचों अणख ते जिहड़ी खुदारी खत्म हो जाती है। साचा शब्द ना सेवियो,
ਸਭ ਕਾਜ ਸਵਾਰਨਹਾਰ। ਕਹਿੰਦੇ ਦਰ ਦਰ ਤੇ ਮੰਗਦਾ ਫਿਰਦਾ ਹੈ। ਕਦੀ ਕਿਸੇ ਧਾਗੇ ਤੇ ਚੱਲ, ਕਿਸੇ ਧਾਗੇ ਤਵੀਤ ਵਾਲੇ ਬੰਨੇ ਤੁਰ ਪਿਆ, ਕਿਸੇ ਪੀਰ ਦੀ ਮਜ਼ਾਰ ਤੇ ਤੁਰ ਪਿਆ, ਕਿਸੇ ਰੋਡੇ ਸ਼ਾਹ ਦੀ ਤੁਰ ਪਿਆ, ਕਿਤੇ ਕਿਸੇ ਕੋਈ ਜਗਰਾਤੇ ਵਾਲੇ ਬੰਨੇ ਤੁਰ ਪਿਆ। ਇੱਧਰਲੇ ਬੰਨੇ ਤੇ ਸਭ ਕਹਿੰਦੇ ਤੁਰਿਆ ਫਿਰਦਾ ਹੈ, ਕਿਉਂਕਿ ਗੁਰੂ ਤੋਂ ਫਿਟਕਿਆ। ਇਹ ਮੂਰਖ ਮਨੁੱਖ ਇਹ ਜਾਣਦਾ ਹੀ ਨਹੀਂ, ਉਹ ਸੱਚੇ ਗੁਰੂ ਸ਼ਬਦ ਦੀ ਸੇਵਾ ਕਰਦਾ ਹੀ ਨਹੀਂ, ਸੱਚੇ ਗੁਰੂ ਸ਼ਬਦ ਦੇ ਗਿਆਨ ਨੂੰ ਜੀਵਨ 'ਚ ਵਸਾਉਂਦਾ ਨਹੀਂ। ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨਹਾਰ। ਜਿਸ ਗੁਰੂ ਸ਼ਬਦ ਦੇ ਨਾਲ ਜੁੜ ਕੇ, ਗੁਰੂ ਦੀ ਮੱਤ 'ਤੇ ਤੁਰ ਕੇ ਦੇ ਸਾਰੇ ਕਾਰਜ ਪੂਰਨ ਹੋ ਸਕਦੇ ਸਨ, ਇਹ ਉਸ ਗੁਰੂ ਸ਼ਬਦ ਨਾਲ ਆਪਣੇ ਜੀਵਨ ਨੂੰ ਨਹੀਂ ਜੋੜਦਾ। ਮਨ ਮੇਰੇ ਸਦਾ ਹਰ ਵੇਖ ਹਦੂਰ। ਹੈ ਮੇਰੇ ਮਨ, ਸਦਾ ਵਾਸਤੇ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਮਝ, ਉਹ ਤੇਰੇ ਤੋਂ ਦੂਰ ਨਹੀਂ ਹੈ। ਜਨਮ ਮਰਨ ਦੁੱਖ ਪਰ ਹਰੈ, ਸ਼ਬਦ ਰਿਆ ਭਰਪੂਰ। ਪ੍ਰਮਾਤਮਾ ਜੀਵਾਂ ਦਾ ਜਨਮ ਮਰਨ ਦਾ ਦੁੱਖ ਦੂਰ ਕਰ ਦਿੰਦਾ ਹੈ। ਉਹ ਗੁਰੂ ਦੇ ਸ਼ਬਦ ਵਿੱਚ ਭਰਪੂਰ ਵਸ ਰਿਹਾ ਹੈ। ਗੁਰੂ ਜੀ ਦੇ ਸ਼ਬਦ ਦੇ ਨਾਲ ਆਪਣੇ ਜੀਵਨ ਨੂੰ ਜੋੜ, ਕਿਉਂਕਿ ਜਦੋਂ ਗੁਰੂ ਦੇ ਸ਼ਬਦ, ਗੁਰੂ ਦੇ ਗਿਆਨ ਵਿੱਚ ਇਹ ਮਨ ਜੁੜ ਜਾਂਦਾ ਹੈ ਤੇ ਆਪਣੇ ਹਿਰਦੇ ਘਰ ਦੇ ਵਿੱਚ ਬੈਠਾ ਪ੍ਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਹੈ। ਰਹਾਓ ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਸੱਚ ਚੱਚੇ ਦੇ ਥੱਲੇ ਔਂਕੜ ਹੈ, ਪ੍ਰਮਾਤਮਾ ਵਾਸਤੇ ਸ਼ਬਦ ਹੈ। ਸੱਚ ਦਾ ਅਰਥ ਹੈ ਸਦਾ ਥਿਰ ਰਹਿਣ ਵਾਲਾ। ਕੌਣ ਆ? ਕੇਵਲ ਪ੍ਰਮਾਤਮਾ। ਸਲਾਹਨ, ਸਲਾਹਨ ਦਾ ਅਰਥ ਹੈ ਸਿਫਤ ਸਲਾਹ ਕਰਨੀ, ਸਲਾਉਣਾ, ਸਲਾਉਂਦੇ ਹਨ। ਸੇ ਉਹ ਸੱਚੇ, ਸਦਾ ਸਚਿਆਰਤਾ ਭਰਪੂਰ। ਸੱਚਾ ਨਾਮ ਆਧਾਰ। ਆਧਾਰ ਦਾ ਅਰਥ ਹੈ ਬੇਸ, ਆਸਰਾ, ਸਹਾਰਾ। ਸਾਹਿਬ ਜੀ ਕਹਿੰਦੇ ਜਿਹੜੇ ਮਨੁੱਖ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਕੇਵਲ ਤਾਂ ਕੇਵਲ ਸੱਚੇ ਅਕਾਲ ਪੁਰਖ ਦੀ ਹੀ ਚਾਪਲੂਸੀ ਕਰਦੇ ਹਨ, ਕੇਵਲ ਇੱਕ ਅਕਾਲ ਪੁਰਖ ਦੀ ਹੀ ਚਾਕਰੀ ਕਰਦੇ ਹਨ। ਜਣੇ ਖੜੇ ਮਨੁੱਖਾਂ ਦੇ ਪੈਰਾਂ 'ਚ ਨਹੀਂ ਉਹ ਡਿੱਗਦੇ ਫਿਰਦੇ, ਮਨੁੱਖਾਂ ਦੇ ਅੱਗੇ ਨਹੀਂ ਸਿਰ ਨਵਾਉਂਦੇ ਫਿਰਦੇ। ਉਹਨਾਂ ਦੇ ਜੀਵਨ ਦੇ ਵਿੱਚ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਹੀ ਉਹ ਸਜਦਾ ਕਰਦੇ ਹਨ, ਕੇਵਲ ਉਹਦੇ ਹੀ ਨੌਕਰ ਹਨ, ਕਿਉਂਕਿ ਸਾਹਿਬ ਕੇਵਲ ਇੱਕ ਹੋ ਸਕਦਾ ਹੈ, ਉਹ ਪ੍ਰਮਾਤਮਾ ਹੈ। ਸੱਚ ਸਲਾਹ ਹਨ। ਕਹਿੰਦੇ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਉਹ ਸਦਾ ਥਿਰ ਪ੍ਰਮਾਤਮਾ ਦਾ ਹੀ ਰੂਪ ਬਣ ਜਾਂਦੇ ਹਨ। ਸੇ ਸੱਚੇ, ਉਹ ਸਦਾ ਅੰਦਰੋਂ ਬਾਹਰੋਂ ਸੱਚੇ ਹੋ ਜਾਂਦੇ ਹਨ। ਉਹਨਾਂ ਦਾ ਕਿਰਦਾਰ, ਉਹਨਾਂ ਦਾ ਵਿਵਹਾਰ, ਉਹਨਾਂ ਦੀ ਬੋਲੀ, ਉਹਨਾਂ ਦਾ ਜੀਵਨ ਸਭ ਸੱਚ ਦੀ ਕਸਵੱਟੀ ਦੇ ਉੱਪਰ ਆ ਜਾਂਦਾ ਹੈ। ਸੱਚਾ ਨਾਮ ਆਧਾਰ, ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਆਸਰਾ ਫਿਰ ਕੋਈ ਹੋਰ ਨਹੀਂ ਹੁੰਦਾ। ਉਹ ਸੰਸਾਰੀ ਲੋਕਾਂ ਦੇ ਆਸਰੇ ਨਹੀਂ ਭਾਲਦੇ। ਉਹਨਾਂ ਦੇ ਜੀਵਨ ਦਾ ਆਧਾਰ ਕੀ ਹੁੰਦਾ ਹੈ? ਪ੍ਰਮਾਤਮਾ ਦਾ ਹੁਕਮ। ਉਹ ਆਪਣੀ ਜ਼ਿੰਦਗੀ ਦਾ ਆਸਰਾ ਪ੍ਰਮਾਤਮਾ ਨੂੰ ਬਣਾਉਂਦੇ ਹਨ। ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ। ਸੱਚੀ ਕਾਰ ਕਮਾਵਣੀ ਦਾ ਅਰਥ ਹੈ ਸੱਚ ਦੇ ਰਸਤੇ ਤੇ ਤੁਰ ਕੇ ਆਪਣੇ ਜੀਵਨ ਵਿੱਚ ਸੱਚਾਈ ਨੂੰ ਕਮਾਉਣਾ। ਹੁਣ ਸੱਚਾਈ ਕਿੱਥੋਂ ਮਿਲੂਗੀ? ਗੁਰੂ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਉਪਦੇਸ਼, ਸਾਹਿਬ ਗੁਰੂ ਸਾਹਿਬ ਜੀ ਦੀ ਮੱਤ ਤੋਂ। ਹੁਣ ਗੁਰੂ ਦੀ ਦੱਸੀ ਮੱਤ ਤੇ ਤੁਰ ਕੇ ਕੀ ਕਰਨਾ ਹੈ? ਸੱਚ ਦੀ ਕਾਰ ਕਰਨੀ ਹੈ। ਸੁਕਿਰਤ ਜੇ ਧੰਦਾ ਕਰਨਾ ਹੈ ਤੇ ਸੱਚ ਦਾ ਕਰਨਾ ਹੈ। ਦੁਕਾਨਦਾਰੀ ਕਰਨੀ ਹੈ, ਇਮਾਨਦਾਰੀ ਦੀ ਕਰਨੀ ਹੈ। ਜੌਬ ਕਰਨੀ ਹੈ, ਇਮਾਨਦਾਰੀ ਦੀ ਕਰਨੀ ਹੈ। ਗੱਲ ਕੀ ਆਪਣੇ ਜੀਵਨ ਦੇ ਵਿੱਚ, ਪ੍ਰੈਕਟੀਕਲ ਲਾਈਫ ਦੇ ਵਿੱਚ ਸੱਚ ਲੈ ਆਉਣਾ ਹੈ। ਆਪਣੇ ਬੱਚਿਆਂ ਦੀ ਪਰਵਰਿਸ਼ ਸੱਚ ਦੇ ਆਧਾਰ ਤੇ ਕਰਨੀ ਹੈ। ਉਹਨਾਂ ਨੂੰ ਸੱਚ ਸਿਖਾਉਣਾ ਹੈ, ਸੱਚ ਦੀ ਗੁੜਤੀ ਦੇਣੀ ਹੈ, ਸੱਚ ਨਾਲ ਜੋੜਨਾ ਹੈ। ਇਹ ਨਹੀਂ ਕਿ ਬੱਚਿਆਂ ਤੋਂ ਆਸ ਕਰੀਏ ਕਿ ਉਹ ਸੱਚ ਬੋਲਣ ਤੇ ਅਸੀਂ ਝੂਠ ਬੋਲੀਏ। ਸਾਨੂੰ ਵੀ ਸੱਚਾ ਬਣਨਾ ਪਊਗਾ। ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ। ਖਿਮਾ ਕਰਨਾ। ਕਹਿੰਦੇ ਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ ਥਿਰ ਪ੍ਰਮਾਤਮਾ ਦੇ ਨਾਲ, ਜਿਨ੍ਹਾਂ ਨੇ ਸਿਮਰਨ ਕਰਕੇ, ਭਾਵ ਸਿਮਰਨ ਦਾ ਅਰਥ ਹੈ ਚੇਤਾ, ਜਿਨ੍ਹਾਂ ਨੇ ਚੇਤੇ ਕਰਕੇ ਪ੍ਰਮਾਤਮਾ ਨੂੰ ਆਪਣੇ ਜੀਵਨ 'ਚ ਵਸਾ ਲਿਆ ਹੈ, ਉਹ ਸਦਾ ਪਰਿਪੂਰਨ ਪ੍ਰਮਾਤਮਾ ਦੀ ਦੱਸੀ ਹੋਈ ਉੱਚੀ ਸੁੱਚੀ ਕਿਰਤ ਕਰਦੇ ਹਨ। ਸੱਚੀ ਕਾਰ ਕਮਾਵਣੀ, ਚੰਗਾ ਜੀਵਨ ਜਿਉਂਦੇ ਹਨ, ਚੰਗੇ ਕੰਮ ਕਰਦੇ ਹਨ,
ਸੱਚੇ ਨਾਲ ਪਿਆਰ ਤੇ ਉਹਨਾਂ ਦਾ ਸਦਾ ਵਾਸਤੇ ਸਦਾ ਸਥਿਰ ਰਹਿਣ ਵਾਲੇ ਸੱਚੇ ਪ੍ਰਮਾਤਮਾ ਨਾਲ ਸੱਚਾ ਪ੍ਰੇਮ ਬਣ ਜਾਂਦਾ ਹੈ। ਸੱਚਾ ਸ਼ਾਹ ਵਰਤਦਾ ਕੋਈ ਨਾ ਮਿਟਣਹਾਰ। ਵਰਤਦਾ ਦਾ ਅਰਥ ਹੈ ਉਹਦਾ ਹੁਕਮ ਚੱਲ ਰਿਹਾ ਹੈ। ਪਰਮਾਤਮਾ ਹੀ ਸਦਾ ਸਥਿਰ ਰਹਿਣ ਵਾਲਾ ਇੱਕੋ ਇੱਕ ਸੱਚਾ ਸ਼ਾਹ ਹੈ, ਜਿਸ ਦਾ ਹੁਕਮ ਜਗਤ ਵਿੱਚ ਚੱਲ ਰਿਹਾ ਹੈ। ਸੱਚਾ ਸ਼ਾਹ ਵਰਤਦਾ ਜਿਹਦਾ ਆਰਡਰ, ਜਿਹਦਾ ਹੁਕਮ ਸਾਰੇ ਜਗਤ ਦੇ ਵਿੱਚ ਚੱਲ ਰਿਹਾ ਹੈ। ਕੋਈ ਨਾ ਮਿਟਣਹਾਰ। ਕੋਈ ਵੀ ਜੀਵ ਉਸ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ। ਲੱਖ ਅਸੀਂ ਆਖੀਏ ਮੈਂ ਨਹੀਂ ਰੱਬ ਨੂੰ ਮੰਨਦਾ, ਪਰ ਰੱਬ ਮਨਾ ਦਿੰਦਾ ਹੈ, ਕਿਉਂਕਿ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋਣਾ। ਜਿੱਦਣ ਅਸੀਂ ਪੈਦਾ ਹੋਏ ਸਾਂ ਉਦੋਂ ਤੋਂ ਲੈ ਕੇ ਅੱਜ ਤੱਕ ਉਹਦਾ ਹੁਕਮ ਦੇ ਵਿੱਚ ਹੀ ਹਾਂ। ਕੋਸ਼ਿਸ਼ ਇਹ ਕਰ ਰਹੇ ਹਾਂ, ਸ਼ਾਇਦ ਮੈਂ ਕਰ ਰਿਹਾ, ਅਸੀਂ ਕੁਝ ਨਹੀਂ ਕਰ ਰਹੇ। ਸਭ ਕੁਝ ਗੁਰੂ ਪਰਮਾਤਮਾ ਕਰਾ ਰਿਹਾ। ਹੁਕਮ ਹੈ ਉਹਦਾ, ਉਹਦੀ ਰਜ਼ਾ ਹੈ, ਉਹਦਾ ਭਾਣਾ ਹੈ। ਉਹਦੇ ਭਾਣੇ ਵਿੱਚ ਤੁਰਾਂਗੇ, ਉਹਦੀ ਰਜ਼ਾ 'ਚ ਤੁਰਾਂਗੇ, ਸਦੀਵੀ ਸੁੱਖ ਮਾਣਾਂਗੇ। ਚੇਤਾ ਰੱਖਿਓ, ਸਵੀਮਿੰਗ ਜਦੋਂ ਕਰਨੀ ਸਿਖਾਉਂਦੇ ਆ ਨਾ, ਤੇ ਉਹ ਇੱਕ ਗੱਲ ਕਹਿੰਦੇ ਨੇ, ਤੁਸੀਂ ਪਾਣੀ ਨੂੰ ਆਪਣਾ ਆਪਾ ਸਮਰਪਣ ਕਰ ਦੇਣਾ ਹੈ। ਟਾਇਰ ਪਾ ਦਿੰਦੇ ਨੇ ਜਦੋਂ ਸਟਾਰਟਿੰਗ ਕਰਾਉਂਦੇ ਨੇ, ਤੇ ਪਾਣੀ ਨੂੰ ਤੁਸੀਂ ਸਮਰਪਣ ਕਰ ਦਿਓ ਤੇ ਪਾਣੀ ਡੁੱਬਦਾ ਨਹੀਂ। ਮਨੁੱਖ ਡੁੱਬਦਾ ਹੀ ਉਦੋਂ ਹੈ ਜਦੋਂ ਹੱਥ ਪੈਰ ਮਾਰਦਾ। ਇਵੇਂ ਹੀ ਪਰਿਪੂਰਨ ਪਰਮਾਤਮਾ ਦੀ ਜਦੋਂ ਹੁਕਮ ਦੀ ਉਲੰਘਣਾ ਕਰਕੇ ਇਹ ਸੋਚਦਾ ਹੈ ਕਿ ਸ਼ਾਇਦ ਮੈਂ ਆਪਣੇ ਹੱਥ ਪੈਰ ਮਾਰ ਕੇ ਸੁੱਖ ਪ੍ਰਾਪਤ ਕਰ ਲਵਾਂਗਾ, ਜਦ ਕਿ ਉਹ ਤੋਂ ਦੁੱਖ ਹੀ ਮਿਲਣਾ ਹੈ। ਇਹ ਨਹੀਂ ਕਿ ਮਿਹਨਤ ਨਹੀਂ ਕਰਨੀ। ਚੇਤਾ ਰੱਖਿਓ, ਗੱਲ ਨੂੰ ਸਮਝਿਓ। ਉਦਮ ਕਰਨਾ ਹੈ, ਪਰ ਉਦਮ ਸੱਚ ਦਾ ਕਰਨਾ। ਹੱਥ ਪੈਰ ਮਾਰਨ ਮੀਨਸ ਸ਼ਾਰਟਕਟ ਲੱਭਣੇ, ਬੇਈਮਾਨੀ ਕਰਨੀ, ਠੱਗੀਆਂ ਮਾਰਨੀਆਂ, ਫਰੇਬੀਆਂ ਕਰਨੀਆਂ। ਇਹ ਤੋਂ ਸ਼ਾਇਦ ਧਨ ਵੀ ਕਮਾ ਲਿਆ ਜਾਵੇ, ਪਰ ਉਹ ਧਨ ਸਦੀਵੀ ਸੁੱਖ ਨਹੀਂ ਦੇਵੇਗਾ, ਆਤਮਿਕ ਸੁੱਖ ਨਹੀਂ ਦੇਵੇਗਾ। ਮਿਹਨਤ ਕਰਨੀ ਹੈ, ਕਿਰਤ ਕਰਨੀ ਹੈ, ਪਰ ਸੱਚ ਦੀ ਕਰਨੀ ਹੈ। ਹੱਥ ਪੈਰ ਕਹਿਣ ਤੋਂ ਭਾਵ ਚੋਰੀ ਵਾਲੇ ਬੰਨੇ ਨਹੀਂ ਮਾਰਨੇ। ਸੱਚ ਦੇ ਰਸਤੇ ਤੇ ਗੁਰੂ ਜੀ ਨੂੰ ਆਪਣੀ ਆਤਮਾ ਸਮਰਪਣ ਕਰਕੇ ਸੱਚ ਦੇ ਰਸਤੇ ਤੇ ਤੁਰਨਾ ਹੈ। ਸੱਚਾ ਸ਼ਾਹ ਵਰਤਦਾ ਕੋਈ ਨਾ ਮਿਟਣਹਾਰ। ਪਰਿਪੂਰਨ ਪਰਮਾਤਮਾ ਸੱਚੇ ਦਾ ਹੁਕਮ ਸਾਰੇ ਜਗਤ ਵਿੱਚ ਵਰਤ ਰਿਹਾ ਹੈ। ਕੋਈ ਵੀ ਉਹਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ। ਮਨਮੁਖ ਮਹਿਲ ਨਾ ਪਾਇਨੀ, ਕੂੜ ਮੁੱਠੇ ਕੁੜਿਆਰ। ਫਿਰ ਇੱਥੇ ਸ਼ਬਦ ਆਇਆ ਮੁੱਠੇ। ਸਭ ਕਹਿੰਦੇ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਿਹੜੇ ਨੇ। ਮਹਿਲ ਦਾ ਅਰਥ ਹੈ ਪ੍ਰਮਾਤਮਾ ਦਾ ਸੱਚਾ ਘਰ। ਨਾ ਪਾਏ ਨਹੀਂ, ਉਹਨਾਂ ਨੂੰ ਕਦੀ ਵੀ ਨਹੀਂ ਮਿਲਦਾ। ਕੂੜ ਮੁੱਠੇ ਕੁੜਿਆਰ। ਕੂੜ ਦਾ ਅਰਥ ਹੈ ਕੂੜ ਦੇ ਵਪਾਰੀ। ਕੁੜਿਆਰ ਕੂੜ ਦੇ ਵਪਾਰੀ। ਕੂੜ ਵਿੱਚ ਖਿਮਾ ਕਰਨਾ, ਕੂੜ ਵਿੱਚ ਰੱਤੇ ਹੋਏ ਜਿਹੜੇ ਝੂਠ ਹੀ ਜਿਨ੍ਹਾਂ ਦੇ ਜ਼ਿੰਦਗੀ ਦਾ ਆਧਾਰ ਹੈ। ਤੁਸੀਂ ਖਿਆਲ ਕਰਨਾ, ਕਈ ਵਾਰੀ ਮਨੁੱਖ ਜੀਵਨ 'ਚ ਇੰਨਾ ਝੂਠ ਬੋਲਦਾ ਹੈ ਕਿ ਉਹਨੂੰ ਖੁਦ ਵੀ ਪਤਾ ਨਹੀਂ ਲੱਗਦਾ ਕਿ ਮੈਂ ਇਸ ਸਮੇਂ ਝੂਠ ਬੋਲ ਰਿਹਾ। ਉਹ ਆਪਣੀ ਇੱਕ ਗੱਲ ਹੁਣੇ ਕਰਦਾ, ਦੂਜੀ ਤੇ ਫਸ ਜਾਂਦਾ, ਕਿਉਂਕਿ ਉਹਦੀ ਜ਼ਿੰਦਗੀ ਝੂਠ ਤੇ ਖਲੋਤੀ ਹੈ। ਅੱਜ ਵੇਖਾ ਵਿਖਾਵੇ ਤੇ ਜ਼ਿੰਦਗੀ ਇੰਨੀ ਆ ਨਾ, ਲੋਕਾਂ ਨੂੰ ਵਿਖਾਉਣ ਦੇ ਉੱਤੇ ਜੀਵਨ ਹੈ। ਮੈਂ ਆਪਣੇ ਪਿੰਡ ਦੇ ਵਿੱਚ ਵੱਡੀ ਸਾਰੀ ਕੋਠੀ ਪਾਈ ਹੈ, 3 ਕਰੋੜ ਰੁਪਈਆ ਲਾ ਕੇ। ਆਪ ਮੈਂ ਬਾਹਰ ਰਹਿ ਰਿਹਾ ਤੇ ਪਿੰਡ ਵਿੱਚ ਕੋਠੀ ਪਾਈ ਹੈ ਖੰਡਰ ਬਣਾਉਣ ਨੂੰ। ਕਾਹਦੇ ਵਾਸਤੇ ਜੀ? ਇਹ ਮੇਰੀ ਮਾਂ ਉੱਥੇ ਰਹੂਗੀ। ਪਿੱਛੇ ਜੇ ਖਬਰ ਛਪੀ ਸੀ, ਮੁੰਡੇ ਨੇ ਪਿੰਡ 'ਚ ਕੋਠੀ ਪਾਤੀ ਤੇ ਮਾਂ ਨੂੰ ਮਿਲਣ ਨਾ ਆਇਆ। ਕਈ ਸਾਲਾਂ ਬਾਅਦ ਜਦੋਂ ਵਾਪਸ ਪਰਤਿਆ ਤੇ ਕੀ ਪਤਾ ਲੱਗਾ, ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ, ਪਤਾ ਨਹੀਂ ਮਾਂ ਦੇ ਅੰਦਰ ਸਰੀਰ ਜਿਹੜਾ ਸੀ ਉਹ ਗਲ ਸੜ ਕੇ ਬਿਸਤਰੇ ਤੇ ਪਿਆ ਸੀ। ਇਹ ਕਹਾਣੀ ਨਹੀਂ, ਕਈ ਕਹਾਣੀਆਂ ਨੇ। ਸਾਡੇ ਵੇਖਾ ਵਿਖਾਵੇ ਵਿੱਚ ਅਸੀਂ ਜਿੱਥੇ ਵਿਦੇਸ਼ਾਂ 'ਚ ਰਹੇ ਹਾਂ, ਕੋਠੀਆਂ ਪਾਈਆਂ ਨੇ ਆਪਣੇ ਪਿੰਡਾਂ ਦੇ ਵਿੱਚ। ਲੋਕਾਂ ਨੂੰ ਦੱਸਣਾ ਹੈ ਵੀ ਅਸੀਂ ਵਿਦੇਸ਼ੀ ਪਾਰਟੀ, ਅਮਰੀਕਨ ਹਾਂ ਅਸੀਂ। ਫਿਰ ਬੜਾ ਖੁਸ਼ ਹੁੰਦੇ ਹਾਂ ਇੱਥੇ ਗੁਰਦੁਆਰਿਆਂ 'ਚ ਅਰਦਾਸ ਕਰਾ ਕੇ। ਇਹ ਜੀ ਅਮਰੀਕਾ ਵਾਲੀ ਭੈਣ ਵੱਲੋਂ ਅਰਦਾਸ ਆ, ਇਹ ਇਟਲੀ ਵਾਲੇ ਭਰਾ ਵੱਲੋਂ ਅਰਦਾਸ ਆ। ਸਤਿਗੁਰੂ ਕਹਿੰਦੇ ਗਿਆ ਤੇ ਇੱਕ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਹੀ ਆ ਨਾ, ਪਰ ਨਾਲ ਅਹੰਗ ਲੱਗਾ ਹੈ, ਮੈਂ ਅਮਰੀਕਾ ਵਾਲਾ, ਮੈਂ ਕੈਨੇਡਾ ਵਾਲਾ, ਮੈਂ ਯੂਰਪ ਵਾਲਾ। ਇਹ ਸਾਰੇ ਅੱਜ ਕੀ ਹੈ? ਸਤਿਗੁਰੂ ਕਹਿੰਦੇ ਮਨ ਦੀ ਮੱਤ ਪਿੱਛੇ ਲੱਗ ਗਈ ਹੈ, ਕੂੜ ਵਿਖਾਵਾ ਹੈ ਬਸ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮਨਮੁਖ ਮਹਿਲ ਨਾ ਪਾਏ ਨਹੀਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦਾ ਕਦੀ ਮਹਿਲ, ਪਰਮਾਤਮਾ ਦਾ ਘਰ ਉਹਨੂੰ ਨਹੀਂ ਲੱਭ ਸਕਦਾ। ਉਹ ਕੀ ਕਰਦਾ ਹੈ? ਉਹ ਨਾਸ਼ਵੰਤ ਜਗਤ, ਨਾਸ਼ਵੰਤ ਅਰਥ
ਉਹ ਪਦਾਰਥ ਜੋ ਮਿਟਣ ਵਾਲੇ ਨੇ, ਜਿਨ੍ਹਾਂ ਦੇ ਪਿੱਛੇ ਅੱਜ ਅਸੀਂ ਦੌੜਦੇ ਪਏ ਹਾਂ। ਮਾਇਕ ਪਦਾਰਥਾਂ ਦੇ ਪਿੱਛੇ ਜ਼ਿੰਦਗੀ ਲਾਈ ਹੈ, ਸੰਸਾਰਿਕ ਪਦਾਰਥਾਂ ਦੇ ਪਿੱਛੇ ਝੂਠ ਬੋਲ ਰਹੇ ਹਾਂ। ਇਹ ਨਾਸ਼ਵੰਤ ਜਗਤ ਦੇ ਵਪਾਰੀ ਝੂਠੇ ਮੋਹ ਦੇ ਵਿੱਚ ਫਸੇ ਹੋਏ ਹਨ। ਸਭ ਕਹਿੰਦੇ ਮਨਮੁਖ ਮਹਿਲ ਨਾ ਪਾਇਨੀ, ਕੂੜ ਮੁੱਠੇ ਕੁੜਿਆਰ। ਮਨ ਦੀ ਮੱਤ ਪਿੱਛੇ ਲੱਗਣ ਵਾਲਾ ਮਨੁੱਖ ਆਪਣੇ ਨਾਲ ਵਸਦੇ ਪ੍ਰਮਾਤਮਾ ਰੂਪੀ ਘਰ ਨੂੰ ਨਹੀਂ ਸਮਝ ਪਾਉਂਦਾ ਤੇ ਨਿਤ ਕੂੜ ਦੀ ਜ਼ਿੰਦਗੀ ਜਿਉਂਦਾ ਹੋਇਆ ਨਾਸ਼ਵੰਤ ਜਗਤ ਦਾ ਵਪਾਰੀ ਬਣ ਕੇ ਝੂਠ ਦੇ ਮੂੰਹ ਦੇ ਵਿੱਚ ਫਸ ਕੇ ਆਤਮਿਕ ਜੀਵਨ ਦੀ ਰਾਸ ਪੂੰਜੀ ਬਰਬਾਦ ਕਰ ਰਿਹਾ ਹੈ। ਉਹ ਆਪਣੇ ਆਤਮਾ ਦਾ ਸਕੂਨ ਨਹੀਂ ਲੱਭ ਰਿਹਾ, ਪਦਾਰਥਾਂ ਦੇ ਵਿੱਚੋਂ ਸਕੂਨ ਲੱਭ ਰਿਹਾ ਹੈ ਤੇ ਨਿਤ ਲੁੱਟਿਆ ਜਾ ਰਿਹਾ ਹੈ, ਨਿਤ ਠੱਗਿਆ ਜਾ ਰਿਹਾ ਹੈ। ਕੂੜ ਮੁੱਠੇ ਕੁੜਿਆਰ, ਝੂਠ ਰੂਪੀ ਕੂੜ ਇਹਨੂੰ ਨਿਤ ਠੱਗ ਰਿਹਾ ਹੈ, ਨਿਤ ਇਹਨੂੰ ਲੁੱਟ ਰਿਹਾ ਹੈ। ਹਉਮੈ ਕਰਤਾ ਜਗ ਮੂਆ, ਗੁਰ ਬਿਨ ਘੋਰ ਅੰਧਾਰ। ਸਭ ਕਹਿੰਦੇ ਸਾਰਾ ਜਗਤ ਮੈਂ ਹੀ ਕਰਦਾ ਫਿਰ ਰਿਹਾ। ਮੈਂ ਵੱਡਾ ਹਾਂ, ਮੈਂ ਅਮੀਰ ਹਾਂ, ਮੇਰੇ ਕੋਲ ਇੰਨੀ ਜ਼ਮੀਨ ਆ, ਮੇਰੇ ਕੋਲ ਇੰਨੀਆਂ ਕੋਠੀਆਂ ਨੇ, ਮੇਰੇ ਕੋਲ ਇੰਨੀਆਂ ਗੱਡੀਆਂ ਨੇ। ਸਭ ਕਹਿੰਦੇ ਸਾਰਾ ਦਿਨ ਹਉਮੈ ਕਰਤਾ ਜਗ ਮੂਆ, ਸਾਰਾ ਦਿਨ ਮੈਂ ਕਰਦਾ ਹੀ ਇਹ ਆਤਮਿਕ ਮੌਤ ਸਹੇੜ ਰਿਹਾ ਹੈ। ਗੁਰ ਬਿਨ ਘੋਰ ਅੰਧਾਰ। ਹੇ ਮੇਰਿਆ ਪਾਤਸ਼ਾਹ, ਤੇਰੇ ਸੱਚੇ ਗਿਆਨ ਤੋਂ ਬਿਨਾਂ, ਗੁਰੂ ਸ਼ਬਦ ਤੋਂ ਬਿਨਾਂ ਇਸ ਮਨੁੱਖ ਦੇ ਜੀਵਨ ਵਿੱਚ ਘੋਰ ਅਗਿਆਨਤਾ ਦਾ ਅੰਧੇਰਾ ਹੈ। ਇਹ ਅਗਿਆਨਤਾ ਦੇ ਵਸ ਹੋ ਕੇ ਆਪਣਾ ਜੀਵਨ ਬਰਬਾਦ ਕਰ ਰਿਹਾ ਹੈ। ਮਾਇਆ ਮੋਹ ਵਿਸਾਰਿਆ, ਸੁਖ ਦਾਤਾ ਦਾਤਾਰ। ਸਭ ਕਹਿੰਦੇ ਮਾਇਆ ਦੇ ਮੋਹ ਵਿੱਚ ਫਸ ਕੇ ਇਸ ਮਨੁੱਖ ਨੇ ਸੁੱਖ ਦੇਣ ਵਾਲੇ, ਸਭ ਦਾਤਾ ਦੇਣ ਵਾਲੇ ਪਰਮਾਤਮਾ ਵਾਹਿਗੁਰੂ ਜੀ ਨੂੰ ਭੁਲਾ ਦਿੱਤਾ ਹੈ। ਸਤਿਗੁਰੂ ਸੇਵੈ ਤਾਂ ਉਬਰੈ, ਸੱਚ ਰੱਖੈ ਉਰਤਾਰ। ਗੁਰੂ ਸਾਹਿਬ ਜੀ ਹੁਣ ਤਰੀਕਾ ਵੀ ਦੱਸਦੇ ਨੇ ਕਿਵੇਂ ਤੂੰ ਆਤਮਿਕ ਸੁੱਖ ਲੈ ਸਕਦਾ ਹੈ। ਇਹ ਯਤਨ ਤੂੰ ਕਰਨਾ ਹੈ। ਕਿਵੇਂ ਕਰਨਾ ਹੈ? ਸਤਿਗੁਰੂ ਸੇਵੈ ਤਾਂ ਉਬਰੈ, ਸੱਚ ਰੱਖੇ ਉਰਤਾਰ। ਜਦੋਂ ਤੂੰ, ਸੇਵੇਂ ਦਾ ਅਰਥ ਹੈ ਜਦੋਂ ਜੀਵ ਗੁਰੂ ਜੀ ਦੀ ਦੱਸੀ ਹੋਈ ਉਪਦੇਸ਼, ਗੁਰੂ ਦੀ ਦੱਸੀ ਹੋਈ ਮੱਤ, ਗੁਰੂ ਜੀ ਦੀ ਦੱਸੀ ਹੋਈ ਗਿਆਨ ਦੇ ਉੱਪਰ ਚੱਲ ਕੇ ਗੁਰੂ ਜੀ ਦੀ ਇਹ ਸੇਵਾ ਕਰੇਗਾ, ਫਿਰ ਕੀ ਹੋਵੇਗਾ? ਤਾਂ ਉਬਰੈ, ਤਾਂ ਉਹ ਮਾਇਆ ਦੇ ਘੁੱਪ ਅੰਧੇਰੇ ਵਿੱਚੋਂ ਬਚ ਸਕਦਾ ਹੈ। ਸੱਚ ਰੱਖੇ ਉਰਤਾਰ। ਤੇ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਵਾਹਿਗੁਰੂ ਜੀ ਇਹਨੂੰ ਆਪਣੇ ਹਿਰਦੇ ਘਰ ਦੇ ਵਿੱਚ ਵਸਦੇ ਤੇ ਪ੍ਰਗਟ ਹੁੰਦੇ ਨਜ਼ਰ ਆਉਣ ਲੱਗ ਪੈਂਦੇ ਹਨ। ਫਿਰ ਪ੍ਰਮਾਤਮਾ ਅੰਗ ਸੰਗ ਨਜ਼ਰ ਆਉਣ ਲੱਗ ਪੈਂਦਾ ਹੈ। ਜਦੋਂ ਇਹ ਗੁਰੂ ਦੀ ਦੱਸੀ ਮੱਤ ਤੇ ਤੁਰਦਾ ਹੈ, ਮਾਇਆ ਦਾ ਅੰਧੇਰਾ ਅੱਖਾਂ ਤੋਂ ਦੂਰ ਹੋ ਜਾਂਦਾ ਹੈ। ਖਿਆਲ ਕਰਨਾ, ਹੁਣ ਟਿਊਬ ਜਗ ਰਹੀ ਹੈ, ਟਿਊਬ ਤੇ ਜਗ ਰਹੀ ਹੈ। ਹੁਣ ਮੈਂ ਕੀ ਕੀਤਾ? ਉਹਦੇ ਉੱਪਰ ਕਾਲੇ ਰੰਗ ਦੀ ਟੇਪ ਚੜਾ ਦਿੱਤੀ। ਹੁਣ ਕਿਸੇ ਨੇ ਪੁੱਛਿਆ ਭਾਈ ਟਿਊਬ ਜਗਦੀ ਹੈ? ਹੁਣ ਮੈਨੂੰ ਨਹੀਂ ਪਤਾ ਜਗਦੀ, ਮੈਂ ਕਹਿੰਦਾ ਨਹੀਂ ਜੀ ਬੁਝੀ ਹੋਈ ਹੈ। ਟਿਊਬ ਜਗ ਰਹੀ ਹੈ, ਉੱਪਰ ਕਾਲੇ ਰੰਗ ਦੀ ਟੇਪ ਲਪੇਟੀ ਹੈ। ਪ੍ਰਮਾਤਮਾ ਹਰ ਇੱਕ ਹਿਰਦੇ ਵਿੱਚ ਰੌਸ਼ਨੀ ਬਣ ਕੇ ਮੌਜੂਦ ਹੈ, ਪਰ ਮਾਇਆ ਦੇ ਕੁੱਪ, ਕਾਲਕ ਰੂਪੀ ਅੰਧੇਰ ਜਿਹੜਾ ਸਾਡੇ ਵਿੱਚ ਪਿਆ ਨਾ ਵਿਕਾਰਾਂ ਦਾ, ਉਹ ਪ੍ਰਮਾਤਮਾ ਵਿੱਚ ਹਿਰਦੇ 'ਚ ਵਸਦਾ ਨਜ਼ਰ ਨਹੀਂ ਆਉਂਦਾ। ਜਦੋਂ ਗੁਰੂ ਸ਼ਬਦ ਦੇ ਨਾਲ ਅਸੀਂ ਰੱਤਿਕ ਮਾਤਰ ਵੀ ਜੁੜਦੇ ਹਾਂ, ਜਦੋਂ ਗੁਰੂ ਸ਼ਬਦ ਦਾ ਗਿਆਨ ਦੇ ਨਾਲ ਆਪਣੇ ਮਨ ਨੂੰ ਜੋੜਦੇ ਹਾਂ, ਅੰਦਰੋਂ ਸੱਚ ਦੀ ਰੌਸ਼ਨੀ ਨਿਕਲਦੀ ਹੈ, ਮਾਇਆ ਦੀ ਕਾਲਕ ਰੂਪੀ ਅੰਧੇਰ ਦੀ ਪੱਟੀ ਲੱਥਦੀ ਹੈ ਤੇ ਜਗਤ ਫਿਰ ਬੜਾ ਪਿਆਰਾ, ਬੜਾ ਹੀ ਸੁਹਾਵਣਾ ਪਰਮਾਤਮਾ ਦਾ ਰੂਪ ਨਜ਼ਰ ਆਉਣ ਲੱਗ ਪੈਂਦਾ ਹੈ। ਕਿਉਂਕਿ ਪਹਿਲਾਂ ਜਿਹੜੀ ਮੈਂ ਤੇ ਮੇਰ ਤੇਰ ਦੀ ਪੱਟੀ ਬੱਝੀ ਸੀ, ਜਾਤ ਪਾਤ ਦੀ ਪੱਟੀ ਬੱਝੀ ਸੀ, ਊਚ ਨੀਚ ਦੀ ਪੱਟੀ ਬੱਝੀ ਸੀ, ਅਮੀਰੀ ਗਰੀਬੀ ਦੀ ਪੱਟੀ ਬੱਝੀ ਸੀ, ਉਹ ਲਾ ਕੇ ਸੁੱਟ ਦਿੱਤੀ ਗੁਰੂ ਸ਼ਬਦ ਦੇ ਨਾਲ। ਹੁਣ ਜਦੋਂ ਲੱਥੀ, ਹੁਣ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਹੁਣ ਸਾਰੇ ਪਿਆਰੇ ਲੱਗਣ ਲੱਗ ਪਏ, ਹਰ ਇੱਕ ਵਿੱਚ ਵਸਦਾ ਪ੍ਰਮਾਤਮਾ ਨਜ਼ਰ ਆਉਣ ਲੱਗ ਪਿਆ। ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਆਪਣੇ ਆਪ ਨੂੰ ਇਸ ਤਰੀਕੇ ਨਾਲ ਤੋਰ ਕਿ ਪ੍ਰਮਾਤਮਾ ਤੇਰੇ ਤੇ ਦਿਆਲੂ ਹੋ ਜਾਵੇ, ਉਹ ਤੇਰੇ ਤੇ ਕਿਰਪਾ ਕਰ ਦਵੇ।
ਆਪਣੇ ਆਪ ਨੂੰ ਐਸਾ ਬਣਾ ਕਿ ਪਰਿਪੂਰਨ ਪ੍ਰਮਾਤਮਾ ਤੇਰੇ ਤੇ ਖੁਸ਼ ਹੋ ਜਾਵੇ ਤੇ ਉਹ ਕਿਰਪਾ ਕਰਕੇ ਤੈਨੂੰ ਆਪਣਾ ਗਿਆਨ, ਆਪਣੀ ਸਮਝ ਮਿਲਾ ਦੇਵੇ ਕਿ ਤੈਨੂੰ ਇਤਨਾ ਤੇਰੇ ਅੰਦਰ ਕੌਨਫੀਡੈਂਸ ਬਣ ਜਾਵੇ, ਆਤਮਾ ਦੀ ਮਜ਼ਬੂਤੀ ਇੰਨੀ ਆ ਜਾਵੇ, ਇੰਨੀ ਚੜ੍ਹਦੀ ਕਲਾ ਵਿੱਚ ਚਲਾ ਜਾਵੇਂ ਕਿ ਹਰ ਵਕਤ ਸੱਚ ਸ਼ਬਦ ਵਿਚਾਰ, ਹਰ ਵਕਤ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਸ਼ਬਦ ਦੇ ਗਿਆਨ ਦੀ ਵਿਚਾਰ ਦੇ ਨਾਲ ਤੇਰਾ ਜੀਵਨ ਇੰਨਾ ਉੱਚਾ ਬਣ ਜਾਵੇ ਕਿ ਪ੍ਰਮਾਤਮਾ ਹਰ ਵਕਤ ਤੇਰੇ ਘਰ ਦੇ ਵਿੱਚ ਮੌਜੂਦ, ਹਰ ਵਕਤ ਤੇਰੇ ਨਾਲ ਨਜ਼ਰ ਆਉਣ ਲੱਗ ਪਵੇ, ਤੇਰੀ ਜ਼ਿੰਦਗੀ ਦੀਆਂ ਤਮਾਮ ਦੁੱਖ ਪਰੇਸ਼ਾਨੀਆਂ ਦੂਰ ਹੋ ਜਾਣ। ਕਿਰਪਾ ਤੇ ਹਰ ਪਾਈ ਹੈ, ਉਹਦੀ ਕਿਰਪਾ ਦੇ ਪਾਤਰ ਬਣ ਕੇ ਹੀ ਉਹਨੂੰ ਮਿਲਿਆ ਜਾ ਸਕਦਾ ਹੈ। ਸੱਚ ਸ਼ਬਦ ਵਿਚਾਰ, ਸੱਚੇ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚੋਂ ਹੀ ਸੱਚੇ ਨਿਰੰਕਾਰ ਦੇ ਦਰਸ਼ਨ ਹੋ ਸਕਦੇ ਹਨ। ਸਤਿਗੁਰੂ ਸੇ ਮਨ ਨਿਰਮਲਾ, ਹਉਮੈ ਤਜ ਵਿਕਾਰ। ਸਤਿਗੁਰੂ ਜੀ ਦੇ ਦਿੱਤੇ ਹੋਏ ਗਿਆਨ ਦੇ ਰਾਹੀਂ ਜਦੋਂ ਮੈਂ ਆਪਣੇ ਗਿਆਨ ਇੰਦਰੇ ਤੇ ਕਰਮ ਇੰਦਰੇ ਤੋਰਨੇ ਸ਼ੁਰੂ ਕੀਤੇ, ਕੀ ਹੋਇਆ? ਮਨ ਨਿਰਮਲਾ, ਮਨ ਵਿਕਾਰਾਂ ਰੂਪੀ ਮੈਲ ਤੋਂ ਰਹਿਤ ਹੋ ਗਿਆ, ਨਿਰਮਲ ਹੋ ਗਿਆ। ਹਉਮੈ ਤਜ ਵਿਕਾਰ, ਤੇ ਹਉਮੈ ਮੈਂ ਮੇਰੀ ਦਾ ਜਿਹੜਾ ਵਿਕਾਰ ਸੀ ਜੀਵਨ 'ਚ, ਇਹ ਦੂਰ ਹੋ ਗਿਆ। ਹੁਣ ਮੇਰੀ ਦੀ ਜਗ੍ਹਾ ਤੇ ਤੇਰਾ ਜੀਵਨ ਦੇ ਵਿੱਚ ਕਰ ਗਿਆ। ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ। ਹੁਣ ਗੁਰੂ ਜੀ ਦੇ ਸ਼ਬਦ ਦੇ ਰਾਹੀਂ ਪ੍ਰਭੂ ਜੀ ਦੇ ਗੁਣਾਂ ਦੀ ਵਿਚਾਰ ਹਿਰਦੇ ਵਿੱਚ ਟਿਕ ਗਈ ਹੈ, ਤੇ ਜਿਹਦੇ ਨਾਲ ਮੈਂ ਮੇਰੀ ਅਹੰਗ ਜਿਹੜਾ ਸੀ ਉਹ ਦੂਰ ਹੋ ਗਿਆ ਹੈ। ਆਪਣੇ ਆਪੇ ਦਾ ਜਿਹੜਾ ਮਾਣ ਸੀ ਉਹ ਖਤਮ ਹੋ ਗਿਆ ਹੈ। ਜੀਵਨ ਨਿਮਰਤਾ ਤੇ ਪ੍ਰੇਮ ਦੇ ਵਿੱਚ ਆ ਗਿਆ ਹੈ। ਗੁਰ ਕੈ ਸ਼ਬਦ ਵਿਚਾਰ, ਕਿਉਂਕਿ ਗੁਰੂ ਦੇ ਸ਼ਬਦ ਦੇ ਗਿਆਨ ਦੇ ਰਾਹੀਂ ਇਹ ਮੇਰੇ ਵਿੱਚ ਸੱਚ ਸਮੋਇਆ ਹੈ, ਤੇ ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੀ, ਸੰਸਾਰ ਵਿੱਚ ਰਹਿੰਦਾ ਹੀ, ਆਪਣੇ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਂਦਾ ਹੀ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਤੋੜ ਲੈਂਦਾ ਹੈ ਤੇ ਸੱਚ ਦੇ ਰਸਤੇ ਤੇ ਤੁਰ ਪੈਂਦਾ ਹੈ। ਧੰਦਾ ਤਾਵਤ ਰਹਿ ਗਏ, ਲਾਗਾ ਸੱਚ ਪਿਆਰ। ਸਭ ਕਹਿੰਦੇ ਜਿੰਨਾ ਮਨੁੱਖ, ਧੰਦਾ ਦਾ ਅਰਥ ਹੈ ਸੰਸਾਰਿਕ ਝਮੇਲੇ, ਧਾਵਤ ਦਾ ਅਰਥ ਹੈ ਦੌੜ ਭੱਜ ਕਰਨੀ। ਸਭ ਕਹਿੰਦੇ ਜਿੰਨਾ ਮਨੁੱਖਾਂ ਨੇ ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਪਿਆਰ ਬਣਾ ਲਿਆ ਨਾ, ਉਹ ਮੋਹ ਦੇ ਝਮੇਲਿਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ। ਧੰਦਾ ਧਾਵਤ ਰਹਿ ਗਏ, ਉਹ ਮਾਇਆ ਦੀ ਦੌੜ ਤੋਂ ਬਚ ਜਾਂਦੇ ਹਨ। ਲਾਗਾ ਸੱਚ ਪਿਆਰ, ਜਿਨ੍ਹਾਂ ਨੇ ਆਪਣੇ ਮਨ ਨੂੰ ਸੱਚੇ ਪਰਿਪੂਰਨ ਪ੍ਰਮਾਤਮਾ ਦੀ ਸ਼ਬਦ ਸਲਾਹ ਤੇ ਪ੍ਰੇਮ ਨਾਲ ਜੋੜ ਲਿਆ ਹੈ। ਸੱਚ ਰਤੇ ਮੁਖ ਉਜਲੇ, ਤਿਤ ਸਾਚੈ ਦਰਬਾਰ। ਸੱਚ ਹੈ, ਸੱਚ ਚੱਚੇ ਨੂੰ ਸਿਹਾਰੀ ਹੈ। ਇੱਥੇ ਭਵ ਸਦਾ ਇੱਥੇ ਰਹਿਣ ਵਾਲੇ ਪ੍ਰਮਾਤਮਾ ਦੇ ਵਿੱਚ। ਰਤੇ ਦਾ ਅਰਥ ਹੈ ਰੰਗੇ ਗਏ, ਮੁਖ ਉਜਲੇ, ਉਹ ਸੋਹਣੇ ਮੂੰਹ ਵਾਲੇ ਬਣ ਗਏ, ਉਹਨਾਂ ਦੇ ਮੁਖ ਉਜਵਲ ਹੋ ਗਏ। ਕਿਵੇਂ? ਜਿਹੜਾ ਪਹਿਲਾਂ ਮੂੰਹ ਤੋਂ ਪਤਾ ਲੱਗਦਾ ਸੀ ਇਹ ਮਨੁੱਖ ਬੜਾ ਹੰਕਾਰੀ ਹੋਣਾ, ਤੁਸੀਂ ਕਦੀ ਚਿਹਰੇ ਦੇਖੋ ਨਾ ਮਨੁੱਖ ਦੇ, ਬਹੁਤਾਤ ਅੰਦਾਜ਼ਾ ਤੁਸੀਂ ਲਾ ਲੈਂਦੇ ਆ ਭਾਈ ਇਹਦੇ ਤੇ ਚਿਹਰੇ ਉੱਤੇ ਤਿਉੜੀਆਂ ਪਈਆਂ ਨੇ, ਕ੍ਰੋਧ ਦੀਆਂ ਤਿਉੜੀਆਂ ਸਦਾ ਮੱਥੇ ਤੇ ਰਹਿੰਦੀਆਂ ਨੇ, ਇਹ ਬੜਾ ਆਕੜ 'ਚ ਰਹਿੰਦਾ ਹੈ। ਤੇ ਜਿਹੜਾ ਬੜਾ ਪਿਆਰਾ ਨਿਮਰਤਾ ਉਹਦੇ ਚਿਹਰੇ ਉੱਪਰ ਤੇਜ ਹੋਵੇਗਾ, ਪੋਜ਼ਿਟਿਵ ਐਨਰਜੀ ਹੋਵੇਗੀ, ਜੀ ਕਰੂਗਾ ਇਹਨੂੰ ਮਿਲੀਏ, ਇਹਨੂੰ ਫਤਿਹ ਬੁਲਾਈਏ। ਸਭ ਕਹਿੰਦੇ ਜਦੋਂ ਮਨੁੱਖ ਪਰਮਾਤਮਾ ਦੇ ਹੁਕਮ 'ਚ ਤੁਰ ਪੈਂਦਾ, ਜਦੋਂ ਗੁਰੂ ਸ਼ਬਦ ਵਿੱਚ ਮਨ ਭਿੱਜਣ ਲੱਗ ਪੈਂਦਾ ਹੈ, ਸੱਚ ਰਤੇ, ਇਹ ਮਨ ਫਿਰ ਸਦਾ ਅਟਲ ਰਹਿਣ ਵਾਲੇ ਸੱਚੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗ ਜਾਂਦਾ ਹੈ। ਮੁਖ ਉਜਲੇ, ਤੇ ਮੁਖ ਉਹਦਾ ਸੋਹਣਾ ਉਜਵਲ ਤੇ ਨਿਰਮਲ ਹੋ ਜਾਂਦਾ ਹੈ। ਤਿਤ ਸੱਚਾ ਦਰਬਾਰ, ਉਹ ਸਦਾ ਪਰਮਾਤਮਾ ਦੇ ਸੱਚੇ ਦਰਬਾਰ, ਸੱਚੇ ਘਰ ਇਸ ਸੰਸਾਰ ਦੇ ਵਿੱਚ। ਜੇ ਇਸ ਸੰਸਾਰ ਨੂੰ ਪਰਮਾਤਮਾ ਦੀਆਂ ਅੱਖਾਂ ਨਾਲ ਵੇਖਾਂਗੇ ਤੇ ਇਹ ਸੱਚੇ ਕੀ ਹੈ ਕੋਠੜੀ, ਇਹ ਸੱਚ ਦੀ ਕੋਠੜੀ ਨਜ਼ਰ ਆਵੇਗੀ। ਪਰ ਜੇ ਇਹ ਪਰਮਾਤਮਾ ਨੂੰ ਵਿਸਾਰ ਕੇ ਇਸ ਸੰਸਾਰ ਨੂੰ ਵੇਖਾਂਗੇ ਤੇ ਇਹ ਕੁੰਭੇ ਨਰਕ ਵਰਗਾ ਜੀਵਨ ਨਜ਼ਰ ਆਵੇਗਾ। ਹੁਣ ਅਸੀਂ ਵੇਖਣਾ ਹੈ, ਕਿਵੇਂ ਵੇਖਣਾ ਹੈ? ਸੱਚ ਰਤੇ ਮੁਖ ਉਜਲੇ, ਜਿਹੜੇ ਸੱਚੇ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਗਏ, ਉਹਨਾਂ ਦੇ ਇਸ ਜਗਤ ਦੇ ਵਿੱਚ ਚੰਗੇ ਸ਼ੋਭਾ ਵਡਿਆਈ ਵਾਲੇ, ਮਾਣ ਸਨਮਾਨ ਵਾਲੇ ਬਣ ਗਏ। ਤਿਤ ਸੱਚਾ ਦਰਬਾਰ, ਤੇ ਉਹ ਸਦਾ ਪ੍ਰਮਾਤਮਾ ਦੇ ਘਰ ਦੇ ਵਿੱਚ ਸੁਰਖਰੂ ਹੋ ਗਏ।
सतगुरु पुरख ना मन्नियो शब्द ना लगो प्यार। सब कहते जिन्ना मनुक्खां ने सतगुरु नूं अपने जीवन का रहबर नहीं मन्निया, जिन्हां ने जीवन विचों गुरु शब्द गुरबाणी नूं कढ दिता है, जो गुरु ग्रंथ साहिब जी दे लड़ नहीं लगे, गुरु ग्रंथ साहिब जी की सेवा नहीं करते, गुरु की बाणी नूं जीवन विच नहीं वसाउंदे, ते सब कहते शब्द न लगो प्यार। जिन्हां दा मन गुरु दे शब्द दे प्यार विच हजे नहीं बणिया। दोबारा दोहरा देवां, सतगुरु पुरख ना मन्नियो शब्द न लगो प्यार। जिन्हां मनुक्खां ने सतगुरु नूं अपने जीवन का रहबर नहीं मन्निया, जिन्हां दा गुरु शब्द विच हजे प्यार नहीं बणिया, इशनान दान जेता करे दूजै भाए खुआर। सब कहते ऐसे मनुख जिन्ने मर्जी तीर्थां दे कंढियां ते जाके नहाउंदे फिरन, जिन्ना मर्जी दान पुन करते फिरन, उन्हां दा कोई चीज़ लाहे दी नहीं, क्योंकि माया दे प्यार दे कारण उन्हां दे कीते होए ये सारे काम खुआर हो गए ने, क्योंकि आहंग दे विच ही मन डुबिया है, सच नाल नहीं जुड़ सकिया। हुण आखिरीਆਂ पंक्तियां ने अज दे पावन शब्द दियां। हर जियो अपनी किरपा करे तां लागै नाम प्यार। हे मेरे परिपूर्ण परमात्मा वाहिगुरू जी, असी तुहाडे बच्चे हाँ, तुहाडे प्यारे हाँ, अकृत घाणे हाँ, अपराधी हाँ, लूण हरामी हाँ। तुसी अपनी मेहर की दृष्टि करो, साडी बांह फड़ लो। हर जीव अपनी किरपा करे, तुसी अपनी किरपा करो, बख्शिश करो, रहमत करो, तां लागे नाम प्यार। तां ये जिहड़ा साडा चंचल मन आ ना, अवैड़ा मन आ ना, जिहड़ा हर वक्त विकारां वाले बन्ने दौड़दा है, गंदगी वाले बन्ने दौड़दा है, तुहाडे नाल प्यार तां कर सकदा है जे तुसी इहनूं मोड़ लिआओ। नानक नाम संभाल तूं गुर कै हेत अपार। हे नानक, गुरु दे अटुट प्रेम की बरकत नाल ही तू परमात्मा दा नाम अपने हिरदे विच सांभ के रख सकदा है। जे तू ये सोचे कि गुरु तो बिना तैनूं परमात्मा दे दर्शन हो जाणगे, ऐसा नहीं हो सकदा। ते साडा गुरु कोई देहधारी, कोई पखंडी, कोई डेरेदार नहीं। साडा गुरु धन साहिब श्री गुरु ग्रंथ साहिब है। शब्द गुरु सुरत धुन चेला, बाणी गुरु, गुरु है बाणी, विच बाणी अमृत सारे, गुरबाणी कहे सेवक जन माने, प्रतख गुरु निस्तारे। आओ गुरु शब्द नाल जुड़िए, गुरबाणी दी विचार नूं जीवन का आधार बनाइए, गुरु की मत ते चल के अपने जीवन नूं सफला बनाइए। आप सारिਆਂ ਦਾ बहुत बहुत धन्यवाद। अज दी विचार करदे हां, बेअंत भुल्लां गलतियां होईयां ने, बख्श लैणीਆਂ, आसीस देना, ताकि ये मन गुरु की मत विच टिक जावे। होईयां भुल्लां गलतियां दी माफ़ी जी। वाहिगुरू जी का खालसा, वाहिगुरू जी